Waheguru Ji Ka Khalsa, Waheguru Ji Ki Fateh. Welcome to Encounters. Today it's an international special. With me I have a very special guest. His name is Jagmeet Singh. He's an MPP, a member of the Provincial Parliament of Ontario in Canada. And he has some very interesting information to share with the Sangat audience today. It could be considered controversial. It has been considered controversial in India, but not so in regular democracies around the world, who may well be looking at what they're going to hear today and think, is that really how a democracy behaves? But without further ado, I welcome Jagmeet Singh. Waheguru Ji Ka Khalsa, Waheguru Ji Ki Fateh. ਸੰਗਤ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਤੁਸੀਂ ਹੁਣ MPP ਹੋ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ। ਇਹਦਾ ਜਿਹੜਾ ਜਿੱਦਾਂ ਇਕੁਇਵਲੈਂਟ ਹੈ, ਜਿਹੜਾ ਇਹਦਾ ਬਰਾਬਰ ਦੀ ਚੀਜ਼ ਹੋਵੇ, ਇਹਨੂੰ ਇੰਡੀਆ 'ਚ ਜੇ ਆਪਾਂ ਆਪਣੀ ਆਡੀਅנס ਨੂੰ ਸਮਝਾਉਣਾ ਹੋਵੇ ਕਿ MPP ਦਾ ਮਤਲਬ ਕੀ ਹੈ, ਤਾਂ ਤੁਹਾਡੇ ਜ਼ਿੰਮੇਵਾਰੀਆਂ ਕੀ ਹੈ, ਤਾਂ ਤੁਹਾਡਾ ਕੰਮ ਕੀ ਹੈ, ਇਹ ਆਪਾਂ ਕਹਿ ਸਕਦੇ ਹਾਂ ਕਿ MLA ਹੈ। MLA ਤਾਂ MPP ਦਾ ਜਿੱਦਾਂ ਚੀਜ਼ ਬਰਾਬਰ ਦੀ ਚੀਜ਼ ਹੋਊਗੀ, ਤੁਹਾਡਾ ਕੰਮ ਜ਼ਿੰਮੇਵਾਰੀਆਂ ਬਿਲਕੁਲ ਸੇਮ ਹੈ। ਇਹ ਆਪਣੀ ਸੰਗਤਾਂ ਨੂੰ ਸਮਝਾਉਣ ਵਾਸਤੇ ਮੈਂ ਪੁੱਛ ਰਿਹਾ ਵੀ ਤੁਸੀਂ ਦੱਸ ਦਿਓ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਹੈ, ਤਾਂ ਤੁਹਾਡਾ ਰੋਲ ਕੀ ਹੈ ਕੈਨੇਡਾ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ। ਵੀਰ ਜੀ, ਜੋ ਪੰਜਾਬ ਦੇ MLA ਤੇ ਸਾਡੇ ਸੂਬੇ ਕੈਨੇਡੀਅਨ ਸੂਬੇ ਜੋ ਕਿ ontario ਆ, ਉੱਥੇ MPP ਤੇ MLA ਦਾ ਬਿਲਕੁਲ ਬਰਾਬਰ ਪੋਜੀਸ਼ਨ ਆ। ਜੋ ਅਸੀਂ ਕਰਦੇ ਹਾਂ ਇੱਥੇ ਸਾਡੇ ਸੂਬੇ ਦੇ ਵਿੱਚ, ਅਸੀਂ ਸੂਬੇ ਦੇ ਕਾਨੂੰਨ ਬਣਾਉਂਦੇ ਹਾਂ, ਸੂਬੇ ਦੇ ਜੋ ਜ਼ਿੰਮੇਵਾਰੀ ਨੇ ਅਸੀਂ ਉਹ ਨਿਭਾਉਂਦੇ ਹਾਂ, ਅਤੇ ਉਸੇ ਰੂਪ 'ਚ ਜੋ MLA ਹੈ ਉਹ ਪੰਜਾਬ ਸੂਬੇ ਦੇ ਜੋ ਜ਼ਿੰਮੇਵਾਰੀਆਂ ਨੇ, ਜੋ ਕਾਨੂੰਨ ਬਣਾਉਣਾ ਚਾਹੁੰਦੇ ਨੇ, ਤਾਂ ਪੰਜਾਬ ਸੂਬੇ ਦੇ ਕਰਦੇ ਨੇ। ਅਤੇ ਉਸੇ ਰੂਪ ਦੇ ਵਿੱਚ ਸਾਡਾ ਜੋ MPP ਹੈ, ਜੋ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ, ਅਤੇ ਜੋ ਕਿ ਸਾਡੇ ਪੰਜਾਬ ਦੇ ਵਿੱਚ MLA ਬਣਦੇ ਨੇ, ਮਤਲਬ ਕਿ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਉਹ ਦੋਵੇਂ ਬਰਾਬਰ ਦੇ ਪੋਜੀਸ਼ਨ ਹੈਗੇ ਜੀ। ਬਿਲਕੁਲ ਸਮਝ ਗਏ। ਇਹਦੇ ਤੌਰ 'ਤੇ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਤੁਸੀਂ ਬਰਾਬਰ ਦੇ ਆ, MLA ਬਰਾਬਰ ਹੋਵੇ MPP ਦੇ, ਜਿਹੜਾ ਤੁਸੀਂ ਕੰਮ ਚੱਕਿਆ ਹੈ, ਜਿਹੜਾ ਤੁਸੀਂ ਜ਼ਿੰਮੇਵਾਰੀ ਲਈ ਹੈ, ਤਾਂ ਸਮਝੀ ਹੈ, ਤਾਂ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਇੱਥੇ ਜਿਹੜੀ ਬਰਾਬਰ ਦੀ MPP ਦਾ MLA ਦਾ ਬਰਾਬਰ ਤਾਂ ਇੱਥੇ ਮੇਰੇ ਖਿਆਲ ਵਿੱਚ ਇੱਥੇ ਹੀ ਮੁੱਕ ਜਾਂਦਾ ਹੈ। MLA ਇਲੈਕਟ ਹੋ ਕੇ ਸਮਝ ਗਿਆ ਕਿ ਮੈਂ ਪਹੁੰਚ ਗਿਆ, ਤਾਂ MPP ਜਿਹੜਾ ਹੈ ਉਹ ਸਮਝਦਾ ਕਿ ਮੈਂ ਇਲੈਕਟ ਹੋਏ ਅਤੇ ਮੇਰਾ ਕੰਮ ਹਾਲੇ ਹੁਣ ਸ਼ੁਰੂ ਹੋਣ ਵਾਲਾ ਹੈ। ਇਹ ਮੈਂ ਤਾਂ ਕਹਿ ਰਿਹਾ ਹੈ ਵੀ ਜਿਹੜੀ ਤੁਹਾਡਾ ਕੰਮ ਹੈ, ਤੁਸੀਂ ਕਈ ਚੀਜ਼ਾਂ ਐਡਵਾਂਸ ਕੀਤੀਆਂ ਹੈ, ਤਾਂ ਖਾਸ ਕਰਕੇ ਤੁਸੀਂ ontario ਦੇ ਇਲਾਕੇ ਦੇ ਵਿੱਚ ਇੱਕ ਚੀਜ਼ ਮੈਨੇਜ ਕੀਤੀ ਹੈ, ਤੁਸੀਂ ਜ਼ਿੰਮੇਵਾਰੀ ਲੈ ਕੇ ਤਾਂ ਨਿਭਾ ਕੇ ਤਾਂ ਕਾਮਯਾਬੀ ਦੇ ਨਾਲ। ਅਪ੍ਰੈਲ ਦਾ ਮਹੀਨਾ ਸਾਡੇ ਦਰਸ਼ਕਾਂ ਨੂੰ ਸਮਝਾਇਓ ਵੀ ਕੀ ਤੁਸੀਂ ਜਿੱਤ ਕਰਦੇ ਹੋ। ਸੋ ਸਾਡੇ ਸੂਬੇ ਵਿੱਚ, ontario ਸੂਬੇ ਦੇ ਵਿੱਚ, ਅਸੀਂ ਸਿੱਖ ਹੈਰੀਟੇਜ ਮਹੀਨਾ ਕਾਨੂੰਨ ਇੱਕ ਪਹਿਲਾਂ ਬਿੱਲ ਪੇਸ਼ ਕੀਤਾ, ਅਤੇ ਉਹ ਬਿੱਲ ਪਾਸ ਹੋ ਕੇ ਹੁਣ ਕਾਨੂੰਨ ਬਣ ਗਿਆ। ਇਹਦਾ ਮਤਲਬ ਹੈ ਕਿ ਸਦੇ ਲਈ ontario ਸੂਬੇ ਦੇ ਵਿੱਚ ਹਰ ਅਪ੍ਰੈਲ ਮਹੀਨਾ ਨੂੰ ਸੂਬੇ ਵੱਲੋਂ ਅਸੀਂ ਸਿੱਖ ਹੈਰੀਟੇਜ ਮਹੀਨਾ ਮਨਾਵਾਂਗੇ, ਅਪ੍ਰੈਲ ਦਾ ਮਹੀਨਾ ਨੂੰ ਮਨਾਵਾਂਗੇ। ਇਹਦਾ ਮਤਲਬ ਇਹ ਹੈ ਕਿ ਸੂਬੇ ਵੱਲੋਂ ਸਾਨੂੰ ਇੱਦਾਂ ਦਾ ਰੈਕਗਨੀਸ਼ਨ ਮਿਲ ਰਹੀ ਹੈ ਕਿ ਸਾਡੀ ਜੋ ਕੌਮ ਹੈ, ਸਾਡਾ ਜੋ ਧਰਮ ਹੈ, ਕਿ ਉਹ ਇੱਕ ਅਲੱਗ ਧਰਮ ਹੈ, ਇੱਕ ਯੂਨੀਕ ਧਰਮ ਹੈ, ਅਤੇ ਸਾਡੇ ਜੋ ਸਰੂਪ ਹੈ, ਵਿਰਸਾ, ਸੱਭਿਆਚਾਰ, ਇਹ ਸਾਰਾ ਅਲੱਗ ਆ। ਸਾਨੂੰ ਉਹ ਹੱਕ ਮਿਲ ਰਹੇ ਇੱਥੇ ਇਸ ਸੂਬੇ ਦੇ ਵਿੱਚ, ontario ਦੇ ਵਿੱਚ, ਜੋ ਕਿ ਸਾਨੂੰ ਪੰਜਾਬ 'ਚ ਅਤੇ ਭਾਰਤ 'ਚ ਵੀ ਨਹੀਂ ਮਿਲ ਰਿਹਾ। ਸਾਨੂੰ ਅਸੀਂ ਇੱਦਾਂ ਕਹਿ ਸਕਦੇ ਕਿ ਇਹ ਜੋ ਕਾਨੂੰਨ ਬਣਿਆ, ਇਹ ਪਹਿਲੀ ਵਾਰੀ ਸਾਰੇ ਕੈਨੇਡਾ ਦੇਸ਼ ਦੇ ਵਿੱਚ ਇੱਦਾਂ ਦਾ ਕਾਨੂੰਨ ਬਣਿਆ ਜਿਹਦੇ 'ਚ ਅਸੀਂ ਹਰ ਮਹੀਨਾ ontario ਸੂਬੇ ਦੇ ਵਿੱਚ ਸਿੱਖ ਹੈਰੀਟੇਜ ਮਹੀਨਾ ਮਨਾਵਾਂਗੇ। ਅਤੇ ਦੁਨੀਆ ਦੇ ਵਿੱਚ ਇੱਕ ਪਹਿਲੀ ਇੱਦਾਂ ਦਾ ਕਾਨੂੰਨ ਬਣਿਆ ਜੋ ਕਿ ਇੱਕ ਸਦੇ ਲਈ ਹਰ ਅਪ੍ਰੈਲ ਨੂੰ ਅਸੀਂ ਸਿੱਖਾਂ ਨੂੰ ਇੱਦਾਂ ਰੈਕਗਨੀਸ਼ਨ ਦੇ ਸਕਦੇ ਹਾਂ। ਇਹਦਾ ਦੂਜਾ ਜਿਹੜਾ ਫਾਇਦਾ ਆ ਕਿ ਅਸੀਂ ਫਿਰ ਸਕੂਲਾਂ 'ਚ, ਕੰਮਾਂ 'ਚ ਜੋ ਸੂਬੇ ਦੇ ਸੰਸਥਾਵਾਂ ਨੇ, ਸੂਬੇ ਦੇ ਜੋ ਬਿਲਡਿੰਗਸ ਨੇ, ਉਹਨਾਂ ਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਕਰ ਸਕਦੇ ਹਾਂ, ਅਸੀਂ ਪ੍ਰੋਗਰਾਮਸ ਰੱਖ ਸਕਦੇ ਹਾਂ ਜਿਹਦੇ 'ਚ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਕਿ ਸਿੱਖ ਕੌਣ ਨੇ, ਸਾਡੇ ਸਰੂਪ ਅਤੇ ਸਾਡੇ ਅਸੂਲ ਕੀ ਨੇ।
ਇਹਦਾ ਫਾਇਦਾ ਕੀ ਹੈ ਕਿ ਜੇ ਅਸੀਂ ਦੇਖੀ ਜਾਵੇ ਤੇ ਮੈਂ ਆਪ ਕਹਿ ਸਕਦਾ ਕਿ ਮੈਂ ਆਪ ਮਹਿਸੂਸ ਕੀਤਾ ਤੇ ਮੈਨੂੰ ਪਤਾ ਕਿ ਬਹੁਤ ਲੋਕਾਂ ਨੇ ਮਹਿਸੂਸ ਕੀਤਾ ਰੇਸਿਜ਼ਮ ਤੇ ਪ੍ਰੈਜੁਡਿਸ। ਲੋਕਾਂ ਆਪਣੇ ਸਰੂਪ ਕਰਕੇ ਕਈ ਵਾਰੀ ਸਾਨੂੰ ਜਾਂ ਤਾਂ ਡਰਦੇ ਨੇ ਸਾਤੋਂ ਜਾਂ ਨਫ਼ਰਤ ਕਰਦੇ ਨੇ। ਸਾਡੇ ਇੱਕ ਖਾਸ ਮੈਗਜ਼ੀਨ ਦੇ ਵਿੱਚ ਛਾਪਿਆ ਗਿਆ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਕਰਦੇ ਨੇ ਮੁਸਲਮਾਨਾਂ ਨੂੰ ਤੇ ਦੂਜੇ ਨੰਬਰ 'ਤੇ ਨਫ਼ਰਤ ਕਰਦੇ ਨੇ ਸਿੱਖਾਂ ਨੂੰ। ਤੇ ਮੈਂ ਸੋਚਿਆ ਕਿ ਅਸੀਂ ਇਹ ਜਿਹੜਾ ਨਫ਼ਰਤ ਹੈ, ਜਿਹੜਾ ਰੇਸਿਜ਼ਮ ਦੇ ਵਾਸਤੇ ਅਸੀਂ ਕੀ ਕੁਝ ਕਰ ਸਕਦੇ ਕਿ ਇਹਨੂੰ ਖਤਮ ਕਿਵੇਂ ਕਰ ਸਕਦੇ ਹਾਂ, ਇਹਦਾ ਹੱਲ ਅਸੀਂ ਕਿਵੇਂ ਲੱਭ ਸਕਦੇ ਹਾਂ। ਤਾਂ ਮੈਂ ਸੋਚਿਆ ਕਿ ਜਿੱਥੇ ਅਗਿਆਨ ਹੁੰਦਾ, ਅਗਿਆਨ ਦੇ ਖੇਤ 'ਚੋਂ ਡਰ ਤੇ ਨਫ਼ਰਤ ਪੈਦਾ ਹੁੰਦਾ ਆ, ਅਤੇ ਜਿੱਥੇ ਅਸੀਂ ਅਗਿਆਨ ਦੇ ਬਜਾਏ ਗਿਆਨ ਦੇ ਸਕਦੇ ਹਾਂ, ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹਾਂ, ਤਾਂ ਜਿੱਥੇ ਨਫ਼ਰਤ ਤੇ ਡਰ ਹੈ ਉਹਦੇ ਬਜਾਏ ਹਮਦਰਦੀ ਤੇ ਐਕਸੈਪਟੈਂਸ ਹੋ ਸਕਦੀ ਹੈ। ਅਤੇ ਇਹਦੇ ਨਾਲ ਅਸੀਂ ਸਿੱਖੀ ਦਾ ਜੋ ਰਸਤਾ ਆ ਅਸੀਂ ਬੱਚਿਆਂ ਲਈ, ਸਾਡੀ ਕੌਮ ਲਈ ਥੋੜ੍ਹਾ ਜਿਹਾ ਸੌਖਾ ਕਰ ਸਕਦੇ ਹਾਂ। ਸੋ ਮੇਰੇ ਵਾਸਤੇ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇਤਿਹਾਸਿਕ ਜਿੱਤ ਪ੍ਰਾਪਤ ਹੋਈ ਹੈ ਕਿ ਅਸੀਂ ਇੱਦਾਂ ਦਾ ਕਾਨੂੰਨ ਪੇਸ਼ ਕਰਕੇ ਪਾਸ ਕਰ ਸਕੇ ਅਤੇ ਅਸੀਂ ਸਾਰੀ ਦੁਨੀਆ ਦੇ ਵਿੱਚ ਇਤਿਹਾਸ ਬਣਾਇਆ। ਜੀ ਭਾਜੀ, ਇਹ ਸਮਝ ਕੇ, ਇਹ ਸੁਣ ਕੇ ਇੱਦਾਂ ਲੱਗ ਰਿਹਾ ਹੈ ਵੀ ਜਿੱਦਾਂ MLA ਦਾ ਕੰਮ ਜੇ ਕੀਤਾ ਵੀ ਹੁੰਦਾ ਤਾਂ ਹੈਨੇ ਨਾਲ ਹੀ ਪੂਰੀ ਕਰੀਅਰ ਲੰਘ ਜਾਣੀ ਸੀ। ਅਤੇ ਮੈਂ ਆਹ ਦੇਖੋ ਜੀ, ਆਹ ਮੈਂ 10 ਸਾਲ ਪਹਿਲਾਂ ਉਹਦੀ ਕੀਤੀ ਹੈ, ਤਾਂ ਅੱਜ ਨਾ ਮੈਨੂੰ ਪੁੱਛੋ ਵੀ ਮੈਂ ਕੀ ਕਰਦਾ ਕੀ ਨਹੀਂ ਕਰ ਰਿਹਾ। ਇਹਦੇ ਲਈ ਤੁਹਾਨੂੰ ਅਸੀਂ ਧੰਨਵਾਦ ਦਿੰਦੇ ਹਾਂ, ਸਹਿਯੋਗ ਕਰਦੇ ਹਾਂ ਤੁਹਾਡਾ ਵੀ ਤੁਸੀਂ ਆਹ ਮਹਾਨ ਜਿੱਦਾਂ ਅਚੀਵਮੈਂਟ ਕੀਤੀ ਹੈ। ਭਲਕੇ ਤੁਹਾਡਾ ਕੰਮ ਇੱਥੇ ਹੀ ਨਹੀਂ ਮੁੱਕ ਗਿਆ, ਹਾਲੇ ਤੁਸੀਂ ਹੋਰ ਤਰੱਕੀ ਕਰ ਰਹੇ ਆ। ਤਾਂ ਇਹ ਤਰੱਕੀ ਹੈਗੀ ਹੈ ਵੀ ਤੁਸੀਂ ਜਿਹੜੀ ਤੁਹਾਡੀ ਪਾਰਟੀ ਹੈ ਨਿਊ ਡੈਮੋਕ੍ਰੈਟਸ ਪਾਰਟੀ, ਤੁਸੀਂ ਉਹਨਾਂ ਦੇ ਥਰੂ, ਉਹਨਾਂ ਦੇ ਅਫੀਸ਼ੀਅਲੀ ਉਹਨਾਂ ਤੋਂ ਇਹ ਕਹਾਇਆ ਵੀ ਨਹੀਂ, ਇਹ ਤੁਸੀਂ ਆਪੇ ਹੀ ਸਮਝਾ ਲਿਓ, ਪਰ ਤੁਸੀਂ ਇਹ ਕੀਤਾ ਹੈ ਵੀ ਰੈਕਗਨੀਸ਼ਨ ਆ ਗਈ ਹੈ ਕਿ ਜਿਹਨੂੰ ਦਿੱਲੀ ਦੇ ਦੰਗਿਆਂ ਦੀ ਜਾਂ ਐਂਟੀ ਸਿੱਖ ਰਾਈਟ ਕਿਹਾ ਜਾਂਦਾ, ਉਹਨੂੰ ਤੁਸੀਂ ਜੈਨੋਸਾਈਡ ਐਕਸੈਪਟ ਕਰ ਲਿਆ ਨਿਊ ਡੈਮੋਕ੍ਰੈਟ ਪਾਰਟੀ ਆਫ ਕੈਨੇਡਾ ਨੇ ਕਿ ਇਹ ਨਸਲ ਖੁਸ਼ੀ ਹੋਈ ਹੈ, ਇਹ ਜੈਨੋਸਾਈਡ ਹੋਇਆ ਸੀ। ਤਾਂ ਉਹਦੇ ਉਪਰੰਤ ਵੀ ਤੁਸੀਂ ਬੀਬੀ ਜਗਦੀਸ਼ ਕੌਰ ਜਿਹੜੀ ਸਰਵਾਈਵਰ ਹੈ 1984 ਦੇ ਨਸਲ ਖੁਸ਼ੀ ਦੇ, ਅਤੇ ਉਹਨੂੰ ਵੀ ਮੌਕਾ ਮਿਲਿਆ ਸੀ ਤੁਹਾਡੇ ਥਰੂ, ਤੁਹਾਡੇ ਰਾਹੀਂ ਕਿ ਉਹ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ ਆ ਕੇ ਤਾਂ ਆਡੀਅੰਸ ਕਰਾਵੇ MLAਆਂ ਦਾ, ਤਾਂ MPਆਂ ਦਾ, ਵੀ ਉਹ ਸਮਝਾ ਸਕਣ ਵੀ ਦਿੱਲੀ ਦੇ ਦੰਗਿਆਂ ਤਾਂ ਨਸਲ ਖੁਸ਼ੀ ਦਾ ਫਰਕ ਕਿੰਨਾ ਹੈ, ਤਾਂ ਕੀ ਵਾਪਰਿਆ ਸਾਡੇ ਨਾਲ, ਤਾਂ ਕੀ ਅੱਜ ਤਾਈਂ ਇਨਸਾਫ ਮਿਲਿਆ ਕਿ ਨਹੀਂ ਮਿਲਿਆ। ਹੁਣ ਸਾਫ਼ ਗੋਰਿਆਂ ਨੂੰ ਤਾਂ ਕੈਨੇਡਾ ਦੀ ਲੈਜਿਸਲੇਟਰਾਂ ਨੂੰ ਆਪ ਸਮਝਾਉਣ ਦੀ ਮੌਕਾ ਮਿਲਿਆ ਸੀ, ਉਹ ਤੁਹਾਡੇ ਰਾਹੀਂ ਮਿਲਿਆ ਸੀ। ਉਹ ਸਮਝਾਇਓ ਜੀ ਵੀ ਉਹ ਕਿਹੜੇ ਤਰੀਕੇ ਨਾਲ, ਤਾਂ ਕਿੰਨੀ ਕੁ ਮਿਹਨਤ ਨਾਲ ਉਹ ਕਾਮਯਾਬੀ ਕਿੱਦਾਂ ਹੋਈ ਜੀ। ਜੋ ਸਾਡੇ ਪਾਰਟੀ ਨੇ ਨਸਲਕੁਸ਼ੀ ਦਾ ਜੋ ਲੈਂਗੁਏਜ ਰੈਕਗਨਾਈਜ਼ ਕੀਤਾ ਆ, ਉਹਦੇ ਵਾਸਤੇ ਮੇਰਾ ਜਿਹੜਾ ਪਹਿਲਾ ਮੀਟਿੰਗ ਸੀਗਾ ਇਲੈਕਟ ਹੋ ਕੇ, ਜਦੋਂ ਸਾਡੇ ਬਾਕੀ ਦੇ ਜਿਹੜੇ ਤੁਸੀਂ ਕਹਿੰਦੇ ਹੋ MLA ਪੰਜਾਬ 'ਚ, ਅਸੀਂ ਕਹਿੰਦੇ ਹਾਂ MPP, ਜਦੋਂ ਅਸੀਂ ਇਕੱਠੇ ਹੋਏ ਸਾਡੀ ਮੀਟਿੰਗ ਸੀਗੀ, ਉਹ ਅਚਾਨਕ ਹੀ 1 ਨਵੰਬਰ ਨੂੰ ਸੀਗੀ ਮੀਟਿੰਗ। ਤਾਂ ਮੈਂ ਫਿਰ ਆਪਣੀ ਪਾਰਟੀ ਦੇ ਲੀਡਰ ਨੂੰ ਪੁੱਛਿਆ ਸੀਗਾ ਕਿ ਮੈਨੂੰ ਤੁਸੀਂ 20 ਮਿੰਟ ਦੇ ਸਕਦੇ ਹੋ ਸਾਡੀ ਮੀਟਿੰਗ ਵਿੱਚੋਂ, ਮੈਂ ਇੱਕ ਪ੍ਰੈਜੈਂਟੇਸ਼ਨ ਕਰਨਾ ਚਾਹੁੰਦਾ ਜਿਹਦੇ ਵਿੱਚ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਸਿੱਖ ਕਮਿਊਨਿਟੀ ਨਾਲ, ਸਿੱਖ ਕੌਮ ਨਾਲ ਇਸ ਤਰੀਕ ਨੂੰ 1984 ਦੇ ਵਿੱਚ ਕੀ ਹੋਇਆ, ਅਸੀਂ ਕਿਸ ਮਾੜੇ ਹਾਲ 'ਚੋਂ ਲੰਘੇ। ਤਾਂ ਫਿਰ ਮੈਂ ਸਮਝਾਇਆ ਕਿ ਆਮ ਤੌਰ 'ਤੇ ਇਹ ਜੋ 1984 ਦੇ ਵਿੱਚ ਨਵੰਬਰ ਦੇ ਵਿੱਚ ਹੋਇਆ, ਆਮ ਤੌਰ 'ਤੇ ਲੋਕ ਉਹਨੂੰ ਦੰਗੇ ਕਹਿੰਦੇ ਨੇ, ਅਤੇ ਮੈਂ ਇਹ ਜਿਹੜਾ ਦੰਗਾ ਦਾ ਲਫ਼ਜ਼ ਨੂੰ ਖਤਮ ਕਰਨਾ ਚਾਹੁੰਦਾ, ਮੈਂ ਉਹਦਾ ਨਾਸ ਕਰਨਾ ਚਾਹੁੰਦਾ। ਕਿਉਂਕਿ ਜਦੋਂ ਅਸੀਂ ਦੰਗੇ ਕਹਿੰਦੇ ਹਾਂ ਤਾਂ ਮਨ 'ਚ ਇਹ ਸੋਚ ਪੈਦਾ ਹੁੰਦਾ ਆ ਕਿ ਇਹ ਹਿੰਦੂ ਸਿੱਖ ਝਗੜਾ ਸੀਗਾ ਜਾਂ ਦੋ ਲੋਕਾਂ ਦਾ, ਕਮਿਊਨਿਟੀ ਦਾ ਕੋਈ ਝਗੜਾ ਸੀਗਾ। ਇਹ ਬਿਲਕੁਲ ਹੀ ਗਲਤ ਗੱਲ ਆ। ਇਹਦੇ ਵਿੱਚ ਜੇ ਅਸੀਂ ਇੱਦਾਂ ਸੋਚਦੇ ਹਾਂ ਤਾਂ ਸਾਡੇ ਵਿੱਚ ਡਿਵੀਜ਼ਨ ਆਉਂਦੀ ਹੈ ਕਿ ਹਿੰਦੂ ਤਾਂ ਸਾਨੂੰ ਮਾਰੇ ਜਾਂ ਸਿੱਖਾਂ ਨੇ ਹਿੰਦੂਆਂ ਨੂੰ ਮਾਰੇ। ਇਹ ਬਿਲਕੁਲ ਹੀ ਗਲਤ ਗੱਲ ਹੈ। ਮੈਂ ਇੱਥੇ ਉਹ ਗੱਲ ਸਾਫ਼ ਕਰਨਾ ਚਾਹੁੰਦਾ ਕਿ ਹਿੰਦੂ ਸਿੱਖ ਝਗੜਾ ਨਹੀਂ ਸੀਗਾ। ਅਸਲ 'ਚ ਕੀ ਹੋਇਆ ਕਿ ਸਰਕਾਰ ਨੇ ਸੋਚ ਸਮਝ ਕੇ ਆਰਗੇਨਾਈਜ਼ ਪਲਾਨ ਕਰਕੇ ਸਿੱਖਾਂ ਨੂੰ ਖਤਮ ਕਰਨ ਦਾ ਕੋਸ਼ਿਸ਼ ਕੀਤਾ ਅਤੇ ਉਹਨਾਂ ਨੇ ਨਸਲਕੁਸ਼ੀ ਕੀਤੀ ਹੈ। ਇਹ ਕੋਈ ਹਿੰਦੂ ਸਿੱਖ ਝਗੜਾ ਨਹੀਂ ਸੀਗਾ। ਸਮਾਂ 'ਤੇ ਸਾਡੇ ਜਿਹੜੇ ਹਿੰਦੂ ਭੈਣ ਭਰਾ ਨੇ, ਸਾਡੇ ਜਿਹੜੇ ਗੁਆਂਢੀ ਸੀਗੇ, ਸਾਡੇ ਦੋਸਤ ਮਿੱਤਰ ਸੀਗੇ, ਉਹਨਾਂ ਆਪਣੇ ਜੀਵਨ ਖਤਰਾ 'ਚ ਪਾ ਕੇ ਸਾਨੂੰ ਬਚਾਉਣ ਦਾ ਕੋਸ਼ਿਸ਼ ਕੀਤਾ ਆ, ਸਾਡੀ ਰਾਖੀ ਕਰਨ ਦਾ ਕੋਸ਼ਿਸ਼ ਕੀਤਾ ਆ। ਸੋ ਮੈਂ ਚਾਹੁੰਦਾ ਕਿ ਅਸੀਂ ਏਕਤਾ ਵੱਲ ਜਾਈਏ, ਅਸੀਂ ਸਮਾਜ ਨੂੰ ਇਕੱਠੇ ਕਿਵੇਂ ਕਰ ਸਕਦੇ ਹਾਂ। ਸੋ ਆਹ ਜਿਹੜੀ ਗਲਤਫਹਿਮੀ ਨੂੰ ਖਤਮ ਕਰਕੇ ਅਸੀਂ ਆਪਣੇ ਸਮਾਜ ਨੂੰ ਪ੍ਰਫੁੱਲਤ ਕਰ ਸਕਦੇ ਹਾਂ, ਅਸੀਂ ਗਾਂਹ ਵੱਧ ਸਕਦੇ ਜੇ ਅਸੀਂ ਇਹ ਗਲਤ ਸੋਚ ਨੂੰ ਖਤਮ ਕਰ ਸਕਦੇ ਹਾਂ। ਸੋ ਇਹ ਮੇਰਾ ਮਕਸਦ ਸੀਗਾ ਅਤੇ ਉਹ ਪ੍ਰੈਜੈਂਟੇਸ਼ਨ ਕਰਕੇ ਸਾਡੀ ਪਾਰਟੀ ਦੀ ਲੀਡਰ ਨੇ ਅਗਲਾ ਦਿਨ ਇੱਕ ਸਟੇਟਮੈਂਟ ਕੱਢਿਆ ਜਿਹਦੇ 'ਚ ਉਹਨੇ ਕਿਹਾ ਕਿ ਸਾਡੀ ਪਾਰਟੀ ਸਿੱਖ ਕੌਮ ਨਾਲ ਖੜ੍ਹੇ ਆ,
ਜੋ ਇਹਨਾਂ ਸਭ ਕੁਛ ਨੂੰ ਯਾਦ ਕਰ ਰਹੇ ਨੇ। ਤਾਂ ਮੇਰੇ ਵਾਸਤੇ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਸੀ ਕਿ ਦੁਨੀਆ ਦੇ ਵਿੱਚ ਇਤਿਹਾਸ ਬਣਿਆ ਕਿ ਪਹਿਲੀ ਪਾਰਟੀ ਹੈ ਰੈਕਗਨਾਈਜ਼ਡ ਪਾਰਟੀ ਜਿਨ੍ਹਾਂ ਨੇ ਇਹ ਲਫ਼ਜ਼ ਵਰਤੇ ਆਪਣੇ ਬਿਆਨ ਦੇ ਵਿੱਚ, ਇੱਦਾਂ ਦਾ ਸਟੇਟਮੈਂਟ ਕੱਢਿਆ। ਸੋ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਸੀ ਉਸ ਦਿਨ। ਤਾਂ ਨਾਲ ਦੇ ਨਾਲ ਮੈਨੂੰ ਬੀਬੀ ਜਗਦੀਸ਼ ਕੌਰ ਨੂੰ ਇੰਟਰੋਡਿਊਸ ਕਰਨ ਦਾ ਮੌਕਾ ਮਿਲਿਆ। ਮੇਰੇ ਲਈ ਉਹ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਸੀ ਕਿ ਜੋ ਬੀਬੀ ਜਗਦੀਸ਼ ਕੌਰ ਜੋ ਉਹ ਕਰ ਰਹੇ ਨੇ, ਜੋ ਉਹ ਆਪਣੇ ਆਵਾਜ਼ ਬੁਲੰਦ ਕਰ ਰਹੇ ਨੇ, ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਹੇ ਨੇ, ਉਹ ਸਾਡੀ ਕੌਮ ਦੇ ਇੱਕ ਹੀਰੇ ਨੇ। ਉਹਨਾਂ ਨੇ ਜੋ ਨਸਲਕੁਸ਼ੀ ਦੀ ਆਵਾਜ਼ ਉਠਾਈ ਹੈ, ਜੋ ਸਰਕਾਰ ਦੇ ਖਿਲਾਫ ਉਹਨੇ ਬਿਆਨ ਦਿੱਤੇ, ਬੇਸ਼ੱਕ ਉਹਨੇ ਆਪਣੇ ਆਪ ਨੂੰ ਖਤਰਾ 'ਚ ਪਾ ਕੇ ਆਪਣੇ ਆਪ 'ਤੇ ਕਿੰਨਾ ਪ੍ਰੈਸ਼ਰ ਪੈਂਦਾ ਹੋਊਗਾ ਕਿ ਉਹ ਆਪਣੇ ਬਿਆਨ ਵਾਪਸ ਲਵੇ, ਉਹ ਇੱਦਾਂ ਦੇ ਕੰਮ ਨਾ ਕਰੇ, ਤਾਂ ਉਹ ਇਸ ਸਾਰੀ ਗੱਲਾਂ ਦੇ ਬਾਵਜੂਦ ਫਿਰ ਵੀ ਆਵਾਜ਼ ਉਠਾ ਰਹੀ ਹੈ। ਉਹਨੂੰ ਬਹੁਤ ਸਨਮਾਨਿਤ ਕਰਨ ਦੀ ਲੋੜ ਹੈ, ਉਹਨੂੰ ਰੈਕਗਨਾਈਜ਼ ਕਰਨ ਦੀ ਲੋੜ ਹੈ। ਅਤੇ ਮੇਰੇ ਵੱਲੋਂ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਸੀ ਜਦੋਂ ਮੈਂ ਉਹਨੂੰ ਅਸੈਂਬਲੀ 'ਚ ਲੈ ਕੇ ਆ ਸਕਿਆ ਅਤੇ ਉਹਨੂੰ ਇੰਟਰੋਡਿਊਸ ਕਰ ਸਕਿਆ। ਅਤੇ ਉਹਨਾਂ ਦੀ ਮੈਂ ਸੁਨੇਹਾ ਇਹ ਵੀ ਦੱਸਿਆ ਜੋ ਉਹਨਾਂ ਦਾ ਜੋ ਮਕਸਦ ਹੈ ਕਿ ਇਨਸਾਫ ਨੂੰ ਉਹ ਇਨਸਾਫ ਚਾਹੁੰਦੀ ਹੈ ਅਤੇ ਉਹ ਇਹ ਗੱਲ ਵੀ ਚਾਹੁੰਦੀ ਹੈ, ਜਿਵੇਂ ਮੈਂ ਕਿਹਾ ਕਿ ਜਿਹੜੇ ਹਿੰਦੂ ਸਿੱਖ ਝਗੜਾ ਦੀ ਗੱਲ ਨੂੰ ਖ਼ਤਮ ਕਰਨਾ, ਉਹਨਾਂ ਦਾ ਵੀ ਇਹ ਸੁਨੇਹਾ ਸੀਗਾ ਅਤੇ ਉਹ ਸੁਨੇਹਾ ਵੀ ਮੈਂ ਪੇਸ਼ ਕਰ ਸਕਿਆ। ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ, ਬਹੁਤ ਮਾਣ ਵਾਲੀ ਗੱਲ ਸੀ। ਹਾਂਜੀ, ਓਕੇ ਭਾਅ ਜੀ, ਇਹ ਤੌਰ 'ਤੇ ਜਿਹੜੇ ਤੁਹਾਡੇ ਇਲਾਕੇ ਦੇ ਵਾਸੀ ਹੈ, ਜਿਹੜੇ ਤੁਹਾਡੇ ਕੰਸਟੀਚੂਐਂਟਸ ਹੈ, ਉਹਨਾਂ ਦੀ ਫੀਲਿੰਗ ਕੀ ਹੈ? ਉਹ ਇੱਦਾਂ ਤਾਂ ਨਹੀਂ ਸਮਝਦੇ ਪਏ ਤੁਹਾਡੇ ਜਿੰਨੇ ਕੰਮ ਹੈ ਕਮਿਊਨਲ ਕੰਮ ਹੈ ਤਾਂ ਬੇਸਿਕਲੀ ਇਹ ਇੰਡੀਆ ਨਾਲ ਸੰਬੰਧਿਤ ਗੱਲਾਂ ਹੈ ਵੀ ਤੂੰ ਸਾਡਾ MLA MPP ਬਣ ਕੇ ਵੀ ਸਾਡੀ ਹੱਕ ਦੀਆਂ ਗੱਲਾਂ ਕੈਨੇਡਾ ਦੀਆਂ ਤਾਂ ਸਾਡੀਆਂ ਜਿਹੜੀਆਂ ਪਰਸਨਲ ਚੀਜ਼ਾਂ ਉਹ ਕਰਿਆ ਕਰ, ਤਾਂ ਬਾਹਲੀਆਂ ਲੰਬੀਆਂ ਚੌੜੀਆਂ ਕੰਮਾਂ 'ਤੇ ਨਾ ਪਿਆ ਕਰ, ਇੱਦਾਂ ਤਾਂ ਨਹੀਂ ਉਹ ਸੋਚਦੇ? ਸੋ ਪਹਿਲਾਂ ਤਾਂ ਜਿਹੜਾ ਰਿਐਕਸ਼ਨ ਮੈਨੂੰ ਕਮਿਊਨਿਟੀ ਤੋਂ ਮਿਲੀ ਹੈ ਜਦੋਂ ਮੈਂ ਨਸਲਕੁਸ਼ੀ ਦੀ ਗੱਲਾਂ ਕਰਦਾ, ਜਦੋਂ ਵੀ ਮੈਂ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ, ਜੋ ਹਿਊਮਨ ਰਾਈਟਸ ਦੀ ਗੱਲ ਕਰਦਾ, ਤਾਂ ਮੇਰੇ ਕੰਸਟੀਚੂਐਂਟਸ ਵੱਲੋਂ ਬਹੁਤ ਹੀ ਵਧੀਆ ਹੌਸਲਾ ਮੈਨੂੰ ਦੇ ਰਹੇ ਨੇ, ਮੈਨੂੰ ਹੌਸਲਾ ਅਫਜ਼ਾਈ ਕਰ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਚੰਗੇ ਕੰਮ ਕਰ ਰਹੇ ਹੋ। ਖਾਸ ਕਰਕੇ ਮੇਰੇ ਕੰਸਟੀਚੂਐਂਟਸ ਨੇ ਮੈਨੂੰ ਬਹੁਤ ਕੰਮ ਲਈ ਚੁਣਿਆ। ਉਸ ਕੰਮ 'ਚੋਂ ਇੱਕ ਇਹ ਕੰਮ ਵੀ ਸੀਗਾ ਕਿ ਇਹ ਜਿਹੜਾ ਅਸੀਂ ਜ਼ਖਮੀ ਨੇ, ਜਿਹੜੇ ਮੇਰੇ ਕੰਸਟੀਚੂਐਂਟਸ ਉਹ ਹਾਲੇ ਤੱਕ ਜਿਹੜੇ ਸਿੱਖ ਨੇ, ਜਿਹੜੇ 1984 ਚੋਂ ਲੰਘੇ, ਉਹ ਹਾਲੇ ਤੱਕ ਜ਼ਖਮੀ ਨੇ, ਹਾਲੇ ਤੱਕ ਉਹ ਜ਼ਖਮ ਉਹ ਹੀਲ ਨਹੀਂ ਹੋਏ। ਅਤੇ ਉਹਨੂੰ ਹੀਲ ਕਰਨ ਲਈ ਤਾਂ ਪਹਿਲੀ ਗੱਲ ਆ ਕਿ ਲੋਕਾਂ ਨੂੰ ਸਮਝ ਆਵੇ, ਲੋਕ ਮੰਨਣ ਕਿ ਹਾਂ ਤੁਹਾਡੇ ਨਾਲ ਕੁਛ ਹੋਇਆ। ਪਹਿਲੀ ਗੱਲ ਆ ਤਾਂ ਮੰਨੋ ਕਿ ਲੋਕਾਂ ਨਾਲ ਕੁਛ ਹੋਇਆ, ਕੋਈ ਜ਼ਖਮ ਤਾਂ ਹੋਇਆ, ਫਿਰ ਬੰਦਾ ਹੀਲ ਹੋ ਸਕਦਾ। ਸੋ ਮੇਰੇ ਕੰਸਟੀਚੂਐਂਟਸ ਦਾ ਇੱਕ ਮੰਗ ਸੀ, ਉਹਨਾਂ ਦਾ ਕਈ ਮੰਗ ਸੀ, ਉਹਨਾਂ 'ਚੋਂ ਇੱਕ ਇਹ ਸੀਗਾ ਕਿ ਇਹ ਜਿਹੜੇ ਨਸਲਕੁਸ਼ੀ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲਾਂ ਤੁਸੀਂ ਉਠਾਓ। ਤਾਂ ਉਹਨਾਂ ਵੱਲੋਂ ਬਹੁਤ ਵਧੀਆ ਰਿਸਪਾਂਸ ਮਿਲੀ ਹੈ, ਬਹੁਤ ਰਿਸਪੈਕਟਫੁਲ ਅਤੇ ਬਹੁਤ ਸਪੋਰਟ ਮਿਲੀ ਹੈ। ਅਤੇ ਨਾਲ ਮੇਰੇ ਹਿਸਾਬ ਨਾਲ ਇੱਕ ਕਮਿਊਨਲ ਇਸ਼ੂ ਨਹੀਂ ਹੈਗਾ ਜੋ ਸਾਡੀ ਕਮਿਊਨਿਟੀ ਨਾਲ ਵਾਪਰਦੀ ਹੈ। ਜੋ ਇੱਥੇ ਲੋਕ ਆਉਂਦੇ ਨੇ ਉਹ ਆਪਣਾ ਜੋ ਦਰਦ, ਜੋ ਜ਼ਖਮ ਉਹ ਲੈ ਕੇ ਆਉਂਦੇ ਨੇ, ਅਤੇ ਮੇਰਾ ਫਰਜ਼ ਬਣਦਾ ਇੱਕ ਇਲੈਕਟਡ ਅਫੀਸ਼ੀਅਲ ਹੋਣ ਦੇ ਨਾਤੇ ਕਿ ਮੈਂ ਆਪਣੇ ਕੰਸਟੀਚੂਐਂਟਸ ਦੀ ਮਦਦ ਕਰਾਂ। ਅਤੇ ਜਿਹੜੀ ਏਕਤਾ ਦੀ ਗੱਲ ਮੇਰੇ ਦਿਲੋਂ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਆਪਣੀ ਜੋ ਡਿਵਾਈਡ ਹੈ, ਜੋ ਡਿਵੀਜ਼ਨ ਸਰਕਾਰ ਨੇ ਜਾਣ ਕੇ ਪੈਦਾ ਕੀਤਾ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ, ਇਹ ਡਿਵਾਈਡ ਨੂੰ ਖਤਮ ਕਰਨਾ ਮੇਰਾ ਇੱਕ ਮਕਸਦ ਆ। ਮੈਂ ਚਾਹੁੰਦਾ ਕਿ ਅਸੀਂ ਇੱਕ ਸਮਾਜ ਤੌਰ 'ਤੇ ਅਸੀਂ ਇਕੱਠੇ ਹੋਈਏ, ਅਸੀਂ ਏਕਤੇ ਦੇ ਨਾਲ ਬਹੁਤ ਮਜ਼ਬੂਤ ਹੋ ਸਕਦੇ ਹਾਂ। ਅਤੇ ਜਦ ਤੱਕ ਇਹ ਗਲਤਫਹਿਮੀ ਫੈਲਾਈ ਜਾਂਦੀ ਹੈ ਕਿ ਹਿੰਦੂ ਸਿੱਖ ਝਗੜਾ ਸੀਗਾ, ਉਦੋਂ ਤੱਕ ਅਸੀਂ ਇਕੱਠੇ ਨਹੀਂ ਹੋ ਸਕਦੇ। ਸੋ ਮੇਰਾ ਆਸ ਆ ਕਿ ਇਹ ਇੱਕ ਕਮਿਊਨਿਟੀ ਦਾ ਮਸਲਾ ਆ, ਇਹ ਮੇਰੇ ਕੰਸਟੀਚੂਐਂਟਸ ਦਾ ਮਸਲਾ ਆ, ਅਤੇ ਇਹ ਚੰਗੀ ਬਹੁਤ ਵਧੀਆ ਮਸਲਾ ਆ ਜਿਹਦੇ 'ਚ ਅਸੀਂ ਇਹ ਜਿਹੜੀ ਸਹੀ ਦੋਸ਼ੀ ਦੇ ਉੱਤੇ ਇਲਜ਼ਾਮ ਲਾਈ ਹੈ ਜੋ ਸਰਕਾਰ ਨੇ, ਅਤੇ ਫਿਰ ਅਸੀਂ ਇੱਕ ਸਮਾਜ ਤੌਰ 'ਤੇ ਅਸੀਂ ਇਕੱਠੇ ਹੋ ਕੇ ਗਾਹਾਂ ਵੱਧ ਸਕਦੇ, ਅਸੀਂ ਪ੍ਰਫੁੱਲਤ ਹੋ ਸਕਦੇ ਹਾਂ। ਭਾਅ ਜੀ, ਇਹ ਖੁਸ਼ੀ ਆ ਸਾਨੂੰ ਕਿ ਤੁਹਾਡੇ ਕੰਸਟੀਚੂਐਂਟਸ ਤੁਹਾਨੂੰ ਸਪੋਰਟ ਕਰਦੇ ਨੇ, ਤੁਹਾਡਾ ਕੰਮ ਸਹਿਯੋਗ ਸਮਝਦੇ ਨੇ, ਤਾਂ ਸਤਿਕਾਰਯੋਗ ਸਮਝਦੇ ਤੁਹਾਨੂੰ। ਬਾਕੀ ਭਾਅ ਜੀ, ਸਿਰਫ ਤੁਹਾਡੇ ਕੰਸਟੀਚੂਐਂਟਸ ਨਹੀਂ ਸਮਝਦੇ ਵੀ ਤੁਸੀਂ ਮਾਣ ਨਹੀਂ, ਤੁਹਾਡਾ ਜਿਹੜਾ ਮਾਣ ਕਰਦੇ ਨੇ, ਤੁਹਾਡੇ ਸਿਰਫ ਕੰਸਟੀਚੂਐਂਸੀ ਨਹੀਂ ਭਲਕੇ ਦੁਨੀਆ 'ਚ ਤੁਹਾਨੂੰ ਰੈਕਗਨੀਸ਼ਨ ਕਰਾਇਆ ਗਿਆ ਵੀ ਇਹ ਬੰਦਾ ਸਤਿਕਾਰਯੋਗ ਹੈਗਾ। ਇਹਦਾ ਮਤਲਬ ਇਹ ਆ ਵੀ ਜੀ ਤੁਹਾਨੂੰ ਅਵਾਰਡ ਮਿਲਿਆ ਗਿਆ ਦਸੰਬਰ 'ਚ ਫॉर ਸਿੱਖ ਆਫ ਦ ਈਅਰ 2013 ਅੰਮ੍ਰਿਤਸਰ ਵਿਖੇ ਤੁਹਾਨੂੰ ਜਾ ਕੇ ਇਨਾਮ ਮਿਲਣਾ ਸੀਗਾ। ਉਹ ਇਨਾਮ ਤੁਹਾਨੂੰ ਹੱਥੀਂ ਨਹੀਂ ਫੜਾਇਆ ਗਿਆ, ਤੁਹਾਨੂੰ ਵੀਡੀਓ ਲਿੰਕ ਤੁਹਾਨੂੰ ਇਨਾਮ ਐਕਸੈਪਟ ਕਰਨਾ ਪਿਆ। ਜਦ ਤੁਸੀਂ ਐਕਸੈਪਟ ਕੀਤਾ ਵੀ ਤੁਸੀਂ ਡੈਡੀਕੇਸ਼ਨ ਕੀਤਾ ਸੀ ਵੀ ਭਾਈ ਗੁਰਬਖਸ਼ ਸਿੰਘ ਹਰਿਆਣੇ ਵਾਲੇ ਜਿਨ੍ਹਾਂ ਦਾ ਮੋਰਚਾ ਅੰਬ ਸਾਹਿਬ, ਸ੍ਰੀ ਅੰਬ ਸਾਹਿਬ ਲਗਾਇਆ ਸੀ, ਉਹ ਉਸੇ ਵਕਤ ਤੁਸੀਂ ਉਹਨਾਂ ਨੂੰ ਡੈਡੀਕੇਟ ਕੀਤਾ ਸੀ। ਭਾਅ ਜੀ, ਇਹਦਾ ਕਾਰਨ ਸਮਝਾਇਓ ਪਲੀਜ਼। ਵੀਰ ਜੀ, ਇੱਦਾਂ ਹੋਇਆ ਸੀਗਾ ਕਿ ਸੇਵਾ ਸੰਸਥਾ ਜੋ ਪੰਜਾਬ ਦੇ ਵਿੱਚ ਇੱਕ ਸੰਸਥਾ ਆ,
ਨਾਲ ਫਤਿਹ ਇੰਟਰਨੈਸ਼ਨਲ ਫਤਿਹ ਅਕੈਡਮੀ, ਜੋ ਕਿ ਇੱਕ ਸਕੂਲ ਆ ਜਿਨ੍ਹਾਂ ਦੇ ਕੈਂਪਸ ਪੰਜਾਬ 'ਚ ਵੀ ਹੈਗੇ, ਇੰਡੀਆ 'ਚ ਵੀ ਹੈਗੇ ਅਤੇ ਆਪਣੇ UK 'ਚ ਵੀ ਹੈਗੇ। ਤਾਂ ਇੰਟਰਨੈਸ਼ਨਲ ਫਤਿਹ ਅਕੈਡਮੀ ਅਤੇ ਸੇਵਾ ਸੰਸਥਾ ਨੇ ਰਲ ਕੇ ਮੈਨੂੰ ਸਨਮਾਨਿਤ ਕਰਨ ਲਈ ਚੁਣਿਆ ਸੀ ਕਿ ਉਹ ਮੈਨੂੰ ਸਿੱਖ ਆਫ ਦੀ ਈਅਰ ਸਨਮਾਨਿਤ ਕਰਨਾ ਚਾਹੁੰਦੇ ਸੀਗੇ। ਅਤੇ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਸੀ। ਮੈਨੂੰ ਕੈਨੇਡਾ 'ਚ ਤਾਂ ਕਈ ਇਨਾਮ ਮਿਲੇ, ਤਾਂ ਉਹਦੇ ਵੀ ਮੈਂ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਨੂੰ ਇੱਦਾਂ ਦਾ ਨਾਮ ਸਨਮਾਨਿਤ ਦੇ ਰਹੇ ਸੀਗੇ। ਪਰ ਵੱਖਰੀ ਗੱਲ ਹੁੰਦੀ ਹੈ ਜਦੋਂ ਤੁਹਾਡੀ ਆਪਣੀ ਕੌਮ ਤੁਹਾਨੂੰ ਸਨਮਾਨਿਤ ਕਰਦੇ ਨੇ, ਤਾਂ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਮੈਨੂੰ ਇੱਦਾਂ ਦਾ ਸਨਮਾਨ ਦੇ ਰਹੇ ਸੀਗੇ। ਤਾਂ ਮੈਂ ਬਹੁਤ ਖੁਸ਼ ਸੀਗਾ ਕਿ ਮੈਂ ਉੱਥੇ ਪੰਜਾਬ ਜਾ ਕੇ ਆਪ ਸਨਮਾਨਿਤ ਉਸ ਅਵਾਰਡ ਸੈਰੇਮਨੀ 'ਤੇ ਪਹੁੰਚਾਂ। ਪਰ ਜਦੋਂ ਮੈਂ ਵੀਜ਼ਾ ਲਈ ਅਪਲਾਈ ਕੀਤਾ ਤਾਂ ਇੰਡੀਅਨ ਸਰਕਾਰ ਨੇ ਮੈਨੂੰ ਵੀਜ਼ਾ ਤੋਂ ਇਨਕਾਰ ਕੀਤਾ। ਤਾਂ ਕਾਫੀ ਮੇਰੇ ਵਾਸਤੇ ਦਰਦ ਵਾਲੀ ਗੱਲ ਸੀ ਕਿ ਮੈਂ ਉੱਥੇ ਆਪਣੇ ਮਹਾਂਧਰਤੀ ਉੱਥੇ ਜਾਣਾ ਚਾਹੁੰਦਾ ਸੀਗਾ, ਆਪਣੇ ਕੌਮ ਦੇ ਸਾਥੀ ਨਾਲ ਮੈਂ ਜੁੜਨਾ ਚਾਹੁੰਦਾ ਸੀਗਾ। ਉੱਥੇ ਦਰਬਾਰ ਸਾਹਿਬ ਦੇ ਮੈਂ ਦਰਸ਼ਨ ਕਰਨਾ ਵੀ ਚਾਹੁੰਦਾ ਸੀਗਾ ਅਤੇ ਇਹ ਜਿਹੜਾ ਅਵਾਰਡ ਸੈਰੇਮਨੀ ਤੱਕ ਪਹੁੰਚਣਾ ਚਾਹੁੰਦਾ ਸੀਗਾ। ਪਰ ਮੈਨੂੰ ਵੀਜ਼ਾ ਨਹੀਂ ਮਿਲਣ ਕਰਕੇ ਮੈਨੂੰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ। ਤਾਂ ਜਿਹੜੇ ਆਰਗੇਨਾਈਜ਼ਰ ਸੀਗਾ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਫਿਰ ਸਾਨੂੰ ਵੀਡੀਓ ਭੇਜੋ, ਅਤੇ ਉਸ ਕਾਰਨ ਕਰਕੇ ਫਿਰ ਮੈਂ ਵੀਡੀਓ ਭੇਜਿਆ ਜਿਹਦੇ 'ਚ ਮੈਂ ਜੋ ਅਵਾਰਡ ਦੇ ਬਾਰੇ ਗੱਲ ਕੀਤੀ ਹੈ। ਅਤੇ ਮੈਂ ਫਿਰ ਗੁਰਬਖਸ਼ ਸਿੰਘ ਜੀ ਨੂੰ ਅਵਾਰਡ ਡੈਡੀਕੇਟ ਕੀਤਾ ਸੀਗਾ, ਜਿਨ੍ਹਾਂ ਨੇ ਜੇ ਅਸੀਂ ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਪੂਰੀ ਕੌਮ ਨੂੰ ਜਗਾਇਆ। ਅਤੇ ਉਸ ਸਾਲ ਜਦੋਂ ਉਸ ਸੰਸਥਾ ਨੇ ਮੈਨੂੰ ਚੁਣਿਆ ਤਾਂ ਮੈਂ ਉਸ ਟਾਈਮ 'ਤੇ ਗੁਰਬਖਸ਼ ਸਿੰਘ ਜੀ ਉਹ ਭੁੱਖ ਹੜਤਾਲ 'ਤੇ ਨਹੀਂ ਸੀਗੇ, ਅਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਜੇ ਉਸ ਸਮੇਂ 'ਤੇ ਭੁੱਖ ਹੜਤਾਲ 'ਤੇ ਸੀਗੇ ਅਤੇ ਉਹਨੂੰ ਸਿੱਖ ਆਫ ਦੀ ਈਅਰ 'ਤੇ ਚੁਣ ਦਿੱਤੇ। ਇਸ ਲਈ ਮੈਂ ਉਹਨੂੰ ਡੈਡੀਕੇਟ ਕੀਤਾ ਅਤੇ ਇਸ ਲਈ ਵੀਜ਼ਾ ਡਿਨਾਈਲ ਕਰਕੇ ਮੈਂ ਉੱਥੇ ਆਪ ਮੌਜੂਦ ਨਹੀਂ ਹੋ ਸਕਿਆ। ਭਾਜੀ ਇਹ ਸੁਣ ਕੇ ਹੈਰਾਨੀ ਜਿਹੀ ਆਉਂਦੀ ਹੈ, ਅਤੇ ਤੁਸੀਂ ਤਾਂ ਹੁਣ ਇਲੈਕਟਿਡ ਰਿਪਰੈਜ਼ੈਂਟੇਟਿਵ ਹੋ, MPP ਆ, ਅਤੇ ਤੁਹਾਨੂੰ ਵੀਜ਼ਾ ਇੱਕ ਤਾਂ ਤੁਹਾਨੂੰ ਇਨਕਾਰ ਕੀਤਾ, ਵੀਜ਼ਾ ਨਹੀਂ ਦਿੱਤਾ ਗਿਆ, ਤਾਂ ਦੂਜੀ ਇਹ ਨਹੀਂ ਕੋਈ ਗੱਲ ਇਹ ਨਹੀਂ ਸਮਝਾਇਆ ਵੀ ਇਹਦਾ ਕਾਰਨ ਕੀ ਹੈ, ਸਪਸ਼ਟ ਕੀਤੀ ਕੋਈ ਗੱਲ ਵੀ ਇਹ ਕਰਕੇ ਤੈਨੂੰ ਵੀਜ਼ਾ ਐਪਲੀਕੇਸ਼ਨ ਫੇਲ ਕਰਾਇਆ ਹੈ? ਨਹੀਂ ਵੀਰ ਜੀ, ਜਿਹੜੇ ਇੰਡੀਅਨ ਸਰਕਾਰ ਨੇ ਮੈਨੂੰ ਕੋਈ ਕਾਰਨ ਨਹੀਂ ਦੱਸਿਆ, ਸਪਸ਼ਟ ਕਾਰਨ ਨਹੀਂ ਦੱਸਿਆ, ਖੁੱਲ੍ਹੇਆਮ ਕਾਰਨ ਨਹੀਂ ਦੱਸਿਆ ਕਿ ਮੈਨੂੰ ਵੀਜ਼ਾ ਤੋਂ ਕਿਉਂ ਇਨਕਾਰ ਕੀਤਾ। ਪਰ ਮੈਨੂੰ ਇਸ਼ਾਰਾ ਜਿਹਾ ਮਿਲਿਆ ਕਾਉਂਸਲਰ ਤੋਂ, ਜਦੋਂ ਮੈਂ ਪੁੱਛਿਆ ਸੀਗਾ ਕਿ ਕਿਉਂ ਤੁਸੀਂ ਮੈਨੂੰ ਕਿਉਂ ਡਿਨਾਈ ਕੀਤਾ, ਅਤੇ ਜਦੋਂ ਮੈਂ ਜਾਣਕਾਰੀ ਲੈਣ ਲਈ ਉੱਥੇ ਗਿਆ ਸੀਗਾ ਤਾਂ ਉਹਨਾਂ ਨੇ ਇਹ ਗੱਲ ਦੱਸਿਆ ਕਿ ਜਿਹੜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਦੇ ਹੋ, ਤੁਸੀਂ ਉਹ ਤੋਂ ਥੋੜ੍ਹੇ ਜਿਹੇ ਪਿੱਛੇ ਹਟ ਜਾਓ, ਅਤੇ ਵੀਜ਼ਾ ਦੀ ਗੱਲ 'ਤੇ ਤੁਸੀਂ ਜ਼ਿਆਦਾ ਆਵਾਜ਼ ਨਾ ਉਠਾਓ ਕਿ ਤੁਹਾਨੂੰ ਵੀਜ਼ਾ 'ਤੇ ਇਨਕਾਰ ਕੀਤਾ ਜਾਂ ਡਿਨਾਈ ਕੀਤਾ, ਉਹਦੇ ਬਾਰੇ ਤੁਸੀਂ ਜ਼ਿਆਦਾ ਆਵਾਜ਼ ਨਾ ਉਠਾਓ, ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਅਸੀਂ ਫਿਰ ਰੀਕਨਸੀਡਰ ਕਰਾਂਗੇ ਤੁਹਾਡੇ ਜਿਹੜੇ ਵੀਜ਼ਾ ਦੀ ਗੱਲ। ਤਾਂ ਮੈਂ ਉਹਨੂੰ ਸਪਸ਼ਟ ਗੱਲ ਕਹੀ ਹੈ ਕਿ ਤੁਸੀਂ ਤਾਂ ਇੱਕ ਕਦਮ ਚੁੱਕਿਆ ਤਾਂ ਮੈਨੂੰ ਵੀ ਕਦਮ ਚੱਕਣਾ ਪਊਗਾ, ਅਤੇ ਜੋ ਮਨੁੱਖੀ ਅਧਿਕਾਰਾਂ 'ਤੇ ਗੱਲਾਂ ਮੈਂ ਕਰਦਾ ਤਾਂ ਤੁਸੀਂ ਮੇਰੀ ਸਾਰੇ ਜਿੰਨੇ ਵੀ ਬਿਆਨ ਮੈਂ ਕੀਤੇ, ਜਿੰਨੇ ਵੀ ਵਾਰੀ ਮੈਂ ਗੱਲ ਕੀਤੀ ਹੈ, ਸਾਰਾ ਕੁਛ ਜਾਂ ਤਾਂ ਰਿਕਾਰਡਡ ਕੀਤੀ ਗਈ ਹੈ ਮੀਡੀਆ ਦੇ ਵਿੱਚ, ਜਾਂ ਤਾਂ ਅਸੈਂਬਲੀ ਦੇ ਵਿੱਚ ਉਹ ਵੈਸੇ ਰਿਕਾਰਡ ਹੁੰਦੀ ਹੈ। ਤਾਂ ਮੈਂ ਉਹਨੂੰ ਚੈਲੰਜ ਕੀਤਾ ਕਿ ਤੁਸੀਂ ਮੇਰੀ ਸਾਰੀਆਂ ਗੱਲਾਂ ਦੇਖੋ ਤਾਂ ਉਹਦੇ 'ਚ ਕੋਈ ਮੈਨੂੰ ਦਿਖਾਓ ਕਿ ਕੋਈ ਗਲਤ ਗੱਲ ਜਿੱਥੇ ਮੈਂ ਕਹੀ ਹੈ। ਮੈਂ ਜ਼ਰੂਰ ਸਰਕਾਰ ਦੇ ਖਿਲਾਫ ਬੋਲਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਆਪਣੇ ਨਿਵਾਸੀਆਂ ਦੀ ਰਾਖੀ ਕਰਨ, ਅਤੇ ਜਿੱਥੇ ਉਹਨੇ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਤਾਂ ਮੇਰਾ ਫਰਜ਼ ਬਣਦਾ ਇੱਕ ਇਲੈਕਟਡ ਅਫੀਸ਼ਲ ਹੋਣ ਦੇ ਨਾਤੇ ਕਿ ਉਹਨੂੰ ਮੈਂ ਦੱਸਾਂ ਅਤੇ ਦਿਖਾਵਾਂ ਅਤੇ ਆਵਾਜ਼ ਬੁਲੰਦ ਕਰਾਂ ਜਿੱਥੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ। ਅਤੇ ਜ਼ਰੂਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਨਸਲਕੁਸ਼ੀ ਸਰਕਾਰ ਦੀ ਕਸੂਰ ਸੀ, ਸਰਕਾਰ ਨੇ ਹੀ ਨਸਲਕੁਸ਼ੀ ਸਿੱਖਾਂ ਦੀ ਕੀਤੀ ਹੈ, ਅਤੇ ਉਹ ਜ਼ਰੂਰ ਮੈਂ ਆਵਾਜ਼ ਉਠਾਈ ਹੈ। ਪਰ ਇਹਦੇ 'ਚ ਕੋਈ ਦੁਹਰਾਈ ਨਹੀਂ, ਜਿੱਥੇ ਮੈਂ ਕੋਈ ਗਲਤ ਗੱਲ ਕਹੀ ਹੈ ਤਾਂ ਮੈਂ ਸਿਰਫ ਔਰ ਸਿਰਫ ਮਨੁੱਖੀ ਅਧਿਕਾਰਾਂ 'ਤੇ ਆਵਾਜ਼ ਬੁਲੰਦ ਕਰਦਾ ਹਾਂ, ਅਤੇ ਇਸ ਲਈ ਉਹਨਾਂ ਨੇ ਮੈਨੂੰ ਇਹ ਵੀਜ਼ਾ ਡਿਨਾਈ ਕੀਤਾ। ਭਾਜੀ ਆਹ ਗੱਲ ਰਿਸਰਚ ਕਰਦਿਆਂ ਨੇ ਮੈਨੂੰ ਇਹ ਪਤਾ ਲੱਗਾ ਸੀ ਵੀ ਤੁਸੀਂ ਹਾਲੇ ਸਾਲ ਨਹੀਂ ਹੋਇਆ ਪੂਰਾ, ਵੀ ਤੁਸੀਂ ਜਨਵਰੀ 'ਚ ਹਾਲੇ ਜਾ ਕੇ ਆਏ ਆ ਇੰਡੀਆ, ਤਾਂ ਉਦੋਂ ਕੋਈ ਲੱਗਦਾ ਨਹੀਂ ਕੋਈ ਇਸ਼ੂ ਹੋਇਆ ਜਾਂ ਕੋਈ ਵਿਤਕਰਾ ਹੋਇਆ ਜਾਂ ਕੋਈ ਇੱਦਾਂ ਐਸੀ ਗੱਲ ਹੋਈ ਜਿੰਨਾ ਤੁਹਾਡਾ ਫਿਊਚਰ ਆਉਣਾ ਜਾਣਾ ਕਿਤੇ ਇਫੈਕਟ ਹੋ ਜਾਵੇ? ਇਹਦਾ ਤੁਹਾਨੂੰ ਜਿੱਦਾਂ ਕੋਈ ਸੋਚ ਹੈ ਇਹਦੇ ਬਾਰੇ ਤੁਹਾਨੂੰ? ਸੋ ਵੀਰ ਜੀ ਬਿਲਕੁਲ ਸਹੀ ਹੈ ਕਿ ਮੈਂ ਪੰਜਾਬ ਤਾਂ ਬਹੁਤ ਵਾਰੀ ਜਾ ਕੇ ਆਇਆ। ਮੈਂ ਤੁਸੀਂ ਕੁੱਲ ਮਿਲਾ ਸਕਦੇ ਕੋਈ ਆਪਣੀ ਜ਼ਿੰਦਗੀ 'ਚ ਮੈਂ 10 ਕੁ ਵਾਰੀ ਪੰਜਾਬ ਅਤੇ ਇੰਡੀਆ 'ਚ ਗੇੜਾ ਮਾਰਿਆ। ਜਦੋਂ ਮੈਂ ਪੰਜਾਬ ਜਾਂਦਾ ਆਪਣੇ ਪਰਿਵਾਰ ਨੂੰ ਮਿਲਦਾ, ਦਰਬਾਰ ਸਾਹਿਬ 'ਤੇ ਮੈਂ ਦਰਸ਼ਨ ਕਰਦਾ, ਪਰ ਨਾਲ ਦੇ ਨਾਲ ਮੈਂ ਬਾਕੀ ਥਾਂ 'ਤੇ ਜਾਂਦਾ ਹੁੰਦਾ ਜਿੱਥੇ ਮੈਂ ਉਸ ਧਰਤੀ ਇੰਜੋਏ ਕਰ ਸਕਾਂ। ਮੈਂ ਰਾਜਸਥਾਨ ਵੀ ਗਿਆ, ਗੋਆ ਵੀ ਗਿਆ, ਬੰਬੇ ਵੀ ਜਾ ਕੇ ਆਇਆ, ਨੰਦੇੜ ਸਾਹਿਬ,
ਧਰਮਸ਼ਾਲਾ ਪਹਾੜਾਂ 'ਚ ਬਹੁਤ ਸੋਹਣਾ ਇਲਾਕਾ ਆ, ਬਹੁਤ ਸੋਹਣਾ ਥਾਂ ਆ ਅਤੇ ਉੱਥੇ ਮੈਂ ਬਹੁਤ ਇੰਜੋਏ ਕਰਦਾ ਆ। ਅਤੇ ਜੈਨ ਵਿੱਚ ਮੈਂ ਹੁਣੇ ਮਤਲਬ 11 ਮਹੀਨੇ ਪਹਿਲਾਂ 12 ਮਹੀਨੇ ਪਹਿਲਾਂ ਉੱਥੇ ਜਾ ਕੇ ਆਇਆ, ਮਹੀਨਾ ਲਾ ਕੇ ਆਇਆ। ਅਤੇ ਉਦੋਂ ਤੱਕ ਹੁਣ ਤੱਕ ਕੀ ਫ਼ਰਕ ਪਿਆ, ਕੀ ਡਿਫਰੈਂਸ ਹੋਇਆ, ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕੋਈ ਸਪੈਸੀਫਿਕ ਕਾਰਨ ਕੀ ਹੈ। ਪਰ ਇੰਨਾ ਤਾਂ ਮੈਨੂੰ ਪਤਾ ਹੈ ਕਿ ਜਿਹੜੀ ਮਨੁੱਖੀ ਅਧਿਕਾਰਾਂ 'ਤੇ ਮੈਂ ਆਵਾਜ਼ ਬੁਲੰਦ ਕਰਦਾ, ਉਸ ਗੱਲਾਂ ਤੋਂ ਉਹ ਥੋੜ੍ਹੇ ਜਿਹੇ ਟੱਚਡ ਹੋਏ ਨੇ, ਉਹਨੂੰ ਥੋੜ੍ਹਾ ਜਿਹਾ ਤਕਲੀਫ ਹੈ ਕਿ ਮੈਂ ਇੱਦਾਂ ਦੀ ਕੰਮ ਕਰਦਾ, ਇੱਦਾਂ ਦੀ ਆਵਾਜ਼ ਬੁਲੰਦ ਕਰਦਾ, ਤਾਂ ਇਸ ਲਈ ਉਹਨਾਂ ਨੇ ਮੈਨੂੰ ਵੀਜ਼ਾ ਡਿਨਾਈ ਕੀਤਾ ਹੋਇਆ। ਸੋ ਭਾਜੀ ਇਹ ਸਾਰਾ ਸੁਣ ਕੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜੇ ਤੁਹਾਡੇ ਨਾਲ ਵਿਤਕਰਾ ਹੋ ਸਕਦਾ ਇੱਦਾਂ ਦਾ, ਤਾਂ ਤੁਸੀਂ MPP ਹੋ, ਫਰੈਂਡਲੀ ਨੇਸ਼ਨ ਹੈ ਤੁਸੀਂ ਕੈਨੇਡਾ, ਤੁਹਾਡੀ ਕਾਮਨਵੈਲਥ ਦੀ ਸਾਂਝੀ ਹਿਸਟਰੀ ਆ ਇੰਡੀਆ ਤਾਂ ਕੈਨੇਡਾ ਦੀ, ਵੀ ਜੇ ਤੁਹਾਡੀਆਂ ਗੱਲਾਂ ਤੇ ਉਹਨਾਂ ਨੂੰ ਵਿਤਕਰਾ ਕਰਨ ਦੀ ਆਗਿਆ ਹੈ ਤਾਂ ਉਹ ਕੋਸ਼ਿਸ਼ਾਂ ਨਹੀਂ ਕਰ ਚੁੱਕੇ ਹੈ, ਤੁਹਾਨੂੰ ਵੀਜ਼ਾ ਫੇਲ ਆ ਤੁਹਾਡਾ, ਡਿਨਾਈ ਕੀਤਾ ਗਿਆ, ਵੀ ਸਾਡੇ ਵਰਗਿਆਂ ਆਮ ਬੰਦਿਆਂ ਦਾ ਕੀ ਹੋਗਾ? ਆਮ ਬੰਦੇ ਨਾਲ ਇਹ ਵਿਤਕਰਾ ਹੋਇਆ ਤਾਂ ਸਾਨੂੰ ਤਾਂ ਕੋਈ ਸੋਝ ਹੀ ਨਹੀਂ ਹੋਣੀ ਵੀ ਕੀ ਕਰੀਏ, ਕਿਹਦੇ ਨਾਲ ਗੱਲ ਕਰੀਏ, ਕਿਹੜੇ ਤਰੀਕੇ ਨਾਲ ਹੱਲ ਇਹਦਾ ਲੱਭੀਏ। ਸੋ ਵੀਰ ਜੀ ਬਹੁਤ ਸਹੀ ਗੱਲ ਹੈ ਕਿ ਮੈਂ ਵੀ ਆਪ ਥੋੜ੍ਹੀ ਜਿਹੀ ਖੋਜ ਕੀਤੀ ਹੈ ਕਿ ਦੇਖੋ ਮੈਂ ਇੱਕ ਵਿਧਾਇਕ ਹੈ, ਮੈਂ ਇੱਕ ਇਲੈਕਟਡ ਅਫੀਸ਼ੀਅਲ ਹਾਂ, ਅਤੇ ਮੇਰਾ ਜੋ ਪੋਜੀਸ਼ਨ ਹੈ ਸੁਸਾਇਟੀ ਦੇ ਵਿੱਚ, ਅਤੇ ਜੇ ਮੇਰੇ ਨਾਲ ਇੱਦਾਂ ਹੋ ਰਿਹਾ, ਮੇਰੇ ਨਾਲ ਇੱਦਾਂ ਦਾ ਧੱਕਾਸ਼ਾਹੀ ਹੋ ਰਿਹਾ ਕਿ ਮੈਨੂੰ ਇੱਕ ਇਲੈਕਟਡ ਅਫੀਸ਼ੀਅਲ ਮਨੁੱਖੀ ਅਧਿਕਾਰਾਂ 'ਤੇ ਆਵਾਜ਼ ਬੁਲੰਦ ਕਰਨ ਲਈ ਮੈਨੂੰ ਵੀਜ਼ਾ ਡਿਨਾਈ ਕਰ ਰਹੇ ਨੇ, ਤਾਂ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ। ਤਾਂ ਮੈਂ ਦੇਖਿਆ ਕਿ ਜੇ ਮੇਰੇ ਨਾਲ ਇੱਦਾਂ ਹੁੰਦਾ ਅਤੇ ਆਮ ਲੋਕਾਂ ਨਾਲ ਇੱਥੇ ਕੈਨੇਡਾ ਜਾਂ UK 'ਚ ਇੱਦਾਂ ਹੁੰਦਾ ਹੋਊਗਾ, ਤਾਂ ਪੰਜਾਬ 'ਚ ਕੀ ਅਤੇ ਇੰਡੀਆ 'ਚ ਕੀ ਹੁੰਦਾ ਹੋਊਗਾ ਉਹ ਲੋਕਾਂ ਨਾਲ। ਤਾਂ ਮੈਨੂੰ ਇੱਦਾਂ ਲੱਗ ਗਿਆ ਕਿ ਇੱਕ ਛੋਟੀ ਐਗਜ਼ਾਮਪਲ ਹੈ ਕਿ ਬਹੁਤ ਵੱਡੀ ਪ੍ਰੋਬਲਮ ਦੀ। ਤਾਂ ਜੇ ਅਸੀਂ ਟਰੈਕ ਰੈਕਡ ਦੇਖੀਏ ਇੰਡੀਆ ਦੀ, ਭਾਰਤ ਦੀ, ਅਤੇ ਉਹਨਾਂ ਨੇ ਇਕੱਲਾ ਸਿੱਖਾਂ ਨੂੰ ਨਹੀਂ ਡਿਨਾਈ ਕੀਤਾ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਡਿਨਾਈ ਕੀਤਾ। 2 ਐਗਜ਼ਾਮਪਲ ਮੈਂ ਦੇ ਸਕਦਾ। ਇੱਕ ਕੈਲਮ ਮੈਕਰੇ ਹੈ ਜੋ ਕਿ ਇੱਕ ਬ੍ਰਿਟਿਸ਼ ਜਰਨਲਿਸਟ ਸੀ। ਉਹਨਾਂ ਨੇ ਜੋ ਤਾਮਿਲ ਕਮਿਊਨਿਟੀ ਨਾਲ, ਤਾਮਿਲ ਕੌਮ ਨਾਲ ਹੋਇਆ, ਜੋ ਉਹਦੇ ਨਾਲ ਬੇਇਨਸਾਫੀਆਂ ਹੋਈਆਂ, ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ, ਉਹਦੇ ਬਾਰੇ ਉਹ ਰਿਪੋਰਟਸ ਜਰਨਲਿਜ਼ਮ ਕਰ ਰਿਹਾ ਅਤੇ ਕਰਦਾ ਸੀਗਾ ਅਤੇ ਕਰ ਰਿਹਾ ਹੁਣ ਵੀ, ਅਤੇ ਉਹਨੂੰ ਵੀਜ਼ਾ ਡਿਨਾਈ ਕੀਤਾ। ਅਤੇ ਇੱਕ ਹੋਰ ਬੀਬੀ ਹੈ ਜਿਨ੍ਹਾਂ ਦਾ ਨਾਮ ਇੰਗਰਿਡ ਐਕਰਮੈਨ ਹੈ, ਉਹ ਸਵੀਡਨ ਤੋਂ ਹੈ, ਅਤੇ ਉਹ ਵੀ ਉਹਨਾਂ ਨੇ ਇੱਕ ਕਿਤਾਬ ਛਾਪੀ ਹੈ ਜਿਹਦੇ 'ਚ ਉਹ ਭੋਪਾਲ ਦੀ ਜੋ ਟ੍ਰੈਜਡੀ ਹੋਈ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਉਹਦੇ 'ਚ ਉਹਨੇ ਸਰਕਾਰ 'ਤੇ ਥੋੜ੍ਹਾ ਜਿਹਾ ਇਲਜ਼ਾਮ ਲਾਇਆ ਕਿ ਸਰਕਾਰ ਦੀ ਕਿਹੜੀ ਜ਼ਿੰਮੇਵਾਰੀ ਸੀਗੀ ਕਿ ਕਿਹੜੀ ਜ਼ਿੰਮੇਵਾਰੀ 'ਤੇ ਨਹੀਂ ਨਿਭਾਏ। ਤਾਂ ਉਹ ਆਥਰ ਨੂੰ ਵੀ 2008 ਤੋਂ ਵੀਜ਼ਾ ਦਾ ਇਨਕਾਰ ਕੀਤਾ ਹੋਇਆ। ਸੋ ਦੇਖੋ ਜੀ, ਇਹ ਜਰਨਲਿਸਟ ਨਾਲ ਹੋ ਰਿਹਾ, ਆਥਰਸ ਨਾਲ ਹੋ ਰਿਹਾ, ਇੱਕ ਇਲੈਕਟਡ ਅਫੀਸ਼ੀਅਲ ਨਾਲ ਹੋ ਰਿਹਾ, ਆਮ ਲੋਕ ਨਾਲ ਕੀ ਹੁੰਦਾ ਹੋਊਗਾ। ਇੱਕ ਸਿਸਟਮੈਟਿਕ ਪ੍ਰੋਬਲਮ ਆ ਕਿ ਆ ਜਿਹੜਾ ਵੀਜ਼ਾ ਡਿਨਾਇਲ ਇੰਡੀਅਨ ਸਰਕਾਰ ਇੱਕ ਹਥਿਆਰ ਵਾਂਗੂ ਵਰਤ ਰਹੇ ਨੇ ਕਿ ਲੋਕਾਂ ਨੂੰ ਚੁੱਪ ਕਿਵੇਂ ਕਰ ਸਕਦੇ ਨੇ। ਤਾਂ ਮੇਰੇ ਹਿਸਾਬ ਨਾਲ ਇਹ ਬਹੁਤ ਵੱਡੀ ਪ੍ਰੋਬਲਮ ਆ। ਅਤੇ ਦੂਜੀ ਗੱਲ ਆ, ਦੇਖੋ ਕਿ ਸਾਡੇ ਜਿਹੜੇ ਕਈ ਭੈਣਾਂ ਭਰਾਵਾਂ ਨੇ, ਜੇ ਤੁਸੀਂ ਉਹਨੂੰ ਡਿਨਾਈ, ਜੇ ਇੰਡੀਅਨ ਸਰਕਾਰ ਉਹਨੂੰ ਡਿਨਾਈ ਵੀ ਕਰਦੇ ਨੇ, ਤਾਂ ਉਹਨਾਂ ਦਾ ਪ੍ਰੋਪਰਟੀ ਹੁੰਦਾ, ਉਹਨਾਂ ਦੇ ਪਰਿਵਾਰ ਵੀ ਹੁੰਦੇ ਨੇ, ਉਹਨਾਂ ਦਾ ਉੱਥੇ ਜ਼ਮੀਨ ਵੀ ਹੁੰਦਾ। ਤਾਂ ਉਹ ਸਾਰੀਆਂ ਗੱਲਾਂ 'ਤੇ ਜੇ ਉਹਨੂੰ ਐਕਸੈਸ ਨਹੀਂ ਮਿਲਦੀ ਆ ਤਾਂ ਬਹੁਤ ਵੱਡਾ ਪ੍ਰੈਸ਼ਰ ਪੈ ਸਕਦਾ। ਸੋ ਇਹ ਜਿਹੜਾ ਵੀਜ਼ਾ ਡਿਨਾਇਲ ਬਹੁਤ ਵੱਡਾ ਹਥਿਆਰ ਆ। ਕਈਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੇ ਉਹ ਪੰਜਾਬ ਨਹੀਂ ਜਾ ਸਕਦੇ। ਕਈਆਂ ਦਾ ਜਿਹੜੇ ਪਰਿਵਾਰ ਨੂੰ ਵੀਜ਼ਾ ਨਹੀਂ ਮਿਲਿਆ ਜਾਂ ਕਈ ਪਰਿਵਾਰ ਨੂੰ ਉਹਨੂੰ ਇਮੀਗ੍ਰੇਸ਼ਨ ਨਹੀਂ ਮਿਲਿਆ, ਤਾਂ ਪਰਿਵਾਰ ਨੂੰ ਮਿਲਣ ਵਾਸਤੇ ਉਹਨਾਂ ਦਾ ਸਕਾ ਭੈਣ ਭਰਾ ਹੋ ਸਕਦਾ, ਉਹਨਾਂ ਦਾ ਮਾਂ ਪਿਓ ਹੋ ਸਕਦੇ, ਉਹਨੂੰ ਉਹ ਮਿਲ ਨਹੀਂ ਸਕਦੇ। ਬਹੁਤ ਵੱਡਾ ਪ੍ਰੈਸ਼ਰ ਹੁੰਦਾ ਆ। ਅਤੇ ਜੇ ਕਿਸੇ ਦਾ ਪ੍ਰੋਪਰਟੀ ਹੋਵੇ, ਕਿਸੇ ਦਾ ਜ਼ਮੀਨ ਹੋਵੇ, ਕਿਸੇ ਦਾ ਬਿਜ਼ਨਸ ਹੋਵੇ, ਤਾਂ ਉਹ ਕਾਫੀ ਫਾਈਨੈਂਸ਼ੀਅਲ ਵੀ ਪ੍ਰੈਸ਼ਰ ਪੈ ਸਕਦਾ। ਤਾਂ ਬਹੁਤ ਦੇਖੋ ਕਿ ਕਿੰਨਾ ਫੋਰਨ ਇਨਫਲੂਐਂਸ ਹੋ ਸਕਦੀ ਹੈ, ਫੋਰਨ ਇੰਟਰਫੀਅਰੈਂਸ ਹੋ ਸਕਦੀ ਹੈ। ਜੇ ਕੋਈ ਹੋਰ ਦੇਸ਼ ਕਹਿੰਦਾ ਕਿ ਤੁਸੀਂ ਆਹ ਗੱਲ ਨਾ ਕਰੋ, ਨਹੀਂ ਤਾਂ ਅਸੀਂ ਤੁਹਾਡਾ ਵੀਜ਼ਾ ਬੰਦ ਕਰਾਂਗੇ, ਤੁਹਾਡੇ ਜਿਹੜੇ ਪਿਛੋਕੜ ਅਸੀਂ ਉਹਦੇ ਨਾਲ ਤੁਸੀਂ ਬਿਲਕੁਲ ਬੰਦ ਹੋਵੋਗੇ। ਬਹੁਤ ਵੱਡਾ ਧਮਕੀ ਹੈ, ਬਹੁਤ ਵੱਡੀ ਧਮਕੀ ਹੈ। ਸੋ ਇਹ ਜਿਹੜੀ ਇਸ਼ੂ ਹੈ, ਇੱਕ ਨਿੱਕੀ ਐਗਜ਼ਾਮਪਲ ਹੈ ਕਿ ਬਹੁਤ ਵੱਡੀ ਪ੍ਰੋਬਲਮ ਦੀ। ਗੱਲ ਤਾਂ ਸਿੰਪਲ ਹੀ ਆ, ਇਹਦਾ ਹੱਲ ਕਿੱਥੇ ਲੱਭਾਂਗੇ ਆਪਣਾ ਇਹਦਾ ਹੱਲ? ਸੋ ਮੇਰੇ ਹਿਸਾਬ ਨਾਲ ਜੇ ਅਸੀਂ ਹੁਣ ਆਮ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਲੋਕ ਕਹਿੰਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਸੀ ਹੈ। ਅਤੇ ਡੈਮੋਕਰੇਸੀ ਜਿਹੜੇ ਡੈਮੋਕ੍ਰੈਟਿਕ ਨੇਸ਼ਨਸ ਹੁੰਦੇ ਨੇ, ਉਹਨਾਂ ਦੇ ਨਿਸ਼ਾਨੀਆਂ ਹੁੰਦੀਆਂ ਨੇ, ਅਤੇ ਉਹਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉੱਥੇ ਮਨੁੱਖੀ ਅਧਿਕਾਰਾਂ ਦੀ ਰਾਖੀ ਹੁੰਦੀ ਹੈ, ਉੱਥੇ ਲੋਕਾਂ ਕੋਲ ਹੱਕ ਹੁੰਦੇ, ਲੋਕ ਉੱਥੇ ਆਵਾਜ਼ ਉਠਾ ਸਕਦੇ ਨੇ। ਇਹ ਡੈਮੋਕਰੇਸੀ ਦੀ ਨਿਸ਼ਾਨੀਆਂ ਨੇ। ਜਿੱਥੇ ਇਹ ਨਿਸ਼ਾਨੀਆਂ ਨਹੀਂ ਹੈਗੀਆਂ ਤਾਂ ਤੁਸੀਂ ਨਹੀਂ ਕਹਿ ਸਕਦੇ ਕਿ ਉਹ ਡੈਮੋਕਰੇਸੀ ਹੈ। ਅਤੇ ਮੇਰੇ ਹਿਸਾਬ ਨਾਲ ਜਿਹੜਾ ਦੇਸ਼ ਆਪਣੇ ਨਿਵਾਸੀਆਂ ਨੂੰ ਚੁੱਪ ਕਰਨ ਦਾ ਕੋਸ਼ਿਸ਼ ਕਰਦਾ ਜਾਂ ਆਪਣੇ ਪਰਦੇਸੀਆਂ ਨੂੰ ਚੁੱਪ ਕਰਨ ਦਾ ਕੋਸ਼ਿਸ਼ ਕਰਦੀ ਹੈ, ਕੋਈ ਵੀ ਦੇਸ਼ ਇੱਦਾਂ ਦਾ ਕੰਮ ਕਰਦੀ ਆ, ਤਾਂ ਮੇਰੇ ਹਿਸਾਬ ਨਾਲ ਤਾਂ ਉਹ ਡੈਮੋਕਰੇਸੀ ਨਹੀਂ ਹੈ। ਦੇਖੋ ਕਿ ਜਿੱਥੇ ਵਧੀਆ ਡੈਮੋਕਰੇਸੀ ਹੈਗੇ, ਜਿੱਥੇ ਵਧੀਆ ਦੇਸ਼ ਹੈਗੇ,
ਉਹ ਆਪਣੇ ਜੋ ਗਲਤੀਆਂ ਉਹ ਮੰਨਦੇ ਨੇ ਕਿ ਸਾਡੇ ਤੋਂ ਗਲਤੀ ਹੋਈ ਹੈ। ਉਹ ਗਲਤੀ ਮੰਨਣੀ ਤਾਂ ਕੋਈ ਮਾੜੀ ਗੱਲ ਨਹੀਂ ਹੈ। ਮੈਂ ਕਹਿੰਦਾ ਕਿ ਜਿਹੜਾ ਸਰਕਾਰ ਕਹਿੰਦੀ ਹੈ ਕਿ ਮੈਂ ਜੋ ਮਨੁੱਖੀ ਅਧਿਕਾਰਾਂ 'ਤੇ ਕੰਮ ਕਰਦਾ ਕਿ ਇਹ ਕੋਈ ਇੰਡੀਅਨ ਇੰਟਰਸਟ ਦੇ ਖਿਲਾਫ ਹੈ, ਮੈਂ ਉਸ ਸਰਕਾਰ ਨੂੰ ਇਹ ਕਹਿਣਾ ਕਿ ਤੁਸੀਂ ਆਪਣੇ ਦੇਸ਼ ਦੇ ਖਿਲਾਫ ਇੰਟਰਸਟ ਕਰ ਰਹੇ ਹੋ, ਤੁਸੀਂ ਆਪਣੇ ਇੰਟਰਸਟ ਦੇ ਖਿਲਾਫ ਕੰਮ ਕਰ ਰਹੇ ਹੋ। ਕਿਉਂਕਿ ਜਦੋਂ ਤੁਸੀਂ ਮਨੁੱਖੀ ਅਧਿਕਾਰਾਂ ਨੂੰ ਬੰਦ ਕਰਦੇ ਹੋ ਜਾਂ ਉੱਦਾਂ ਦੀ ਗੱਲਾਂ ਨੂੰ ਬੰਦ ਕਰਦੇ ਹੋ, ਚੁੱਪ ਕਰਾਉਂਦੇ ਹੋ, ਤੁਸੀਂ ਆਪਣੇ ਜੋ ਨਿਵਾਸੀ ਨੇ, ਜੋ ਆਪਣੇ ਨਿਵਾਸੀ ਨੇ, ਜੋ ਆਪਣੇ ਦੁੱਖ ਮਹਿਸੂਸ ਕਰ ਰਹੇ ਨੇ, ਜੋ ਜ਼ਖਮੀ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦਾ ਰੈਜ਼ੋਲੂਸ਼ਨ ਹੋਵੇ, ਉਹਨਾਂ ਦਾ ਰੈਕਨਸੀਲੀਏਸ਼ਨ ਹੋਵੇ, ਉਹਨਾਂ ਦਾ ਸੁਮੇਲ ਹੋਵੇ, ਉਹਨਾਂ ਦਾ ਇਨਸਾਫ ਮਿਲੇ, ਉਹਨਾਂ ਦਾ ਜੋ ਤਰੱਕੀ ਹੋਵੇ, ਤਾਂ ਤੁਸੀਂ ਚਾਹੁੰਦੇ ਹੋ ਕਿ ਮਨੁੱਖੀ ਅਧਿਕਾਰਾਂ 'ਤੇ ਗੱਲ ਕਰੀਏ, ਅਸੀਂ ਮੰਨੀਏ ਕਿ ਜੋ ਗਲਤੀਆਂ ਹੋਈਆਂ ਅਤੇ ਅਸੀਂ ਆ ਗੱਲਾਂ ਤੋਂ ਨਾ ਡਰੀਏ। ਜਿਹੜੇ ਦੇਸ਼ ਆਪਣੇ ਇਹ ਸੱਚੀਆਂ ਗੱਲਾਂ ਤੋਂ ਡਰਦੀ ਹੈ ਉਹ ਕੋਈ ਵਧੀਆ ਦੇਸ਼ ਕਦੇ ਨਹੀਂ ਬਣ ਸਕਦੀ, ਉਹਦੇ ਤਰੱਕੀ ਕਦੇ ਨਹੀਂ ਹੋ ਸਕਦੀ ਹੈ ਜੇ ਇਹ ਸੱਚੀਆਂ ਗੱਲਾਂ ਤੋਂ ਡਰਦੀ ਹੈ। ਸੋ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣਾ ਕੋਈ ਵੀ ਦੇਸ਼ ਹੋਵੇ, ਅਸੀਂ ਚਾਹੁੰਦੇ ਕਿ ਦੁਨੀਆ ਵਧੀਆ ਹੋਵੇ, ਤਾਂ ਉਸ ਦੁਨੀਆ ਦੇ ਵਿੱਚ ਇਨਸਾਫ ਦੀ ਗੱਲਾਂ ਹੋਣੀਆਂ ਚਾਹੀਦੀਆਂ। If we want to move forward in a society that is truly progressive, that truly encourages all community members to grow and to succeed and to develop, we have to ensure that there is dialogue that allows our people to talk about the pains they've gone through so that they can heal, so they can reconcile, so that they can move forward. And a country that denies people the right, the basic right to speak about their human rights, to speak about their struggles, to speak about their pains, is denying the right of their citizens to grow, to succeed, to heal from their injuries and to move forward. And so I say to the Indian government that you're working against your own interest when you silence people who are speaking on human rights. You're working against your own progression and development and success of your country if you don't allow people to heal from the human rights violations that the government has done. And if you're not allowing your citizens to talk about it, you're doing a disservice to not only the country but to your citizens as well. ਭਾਜੀ ਇਹ ਸਾਰੇ ਸੁਣ ਕੇ ਹੁਣ ਇਹ ਪੁੱਛਣ ਵਾਲੀ ਗੱਲ ਰਹਿ ਗਈ ਇੱਕ ਕਿ ਜਿਹੜੀ ਆਪਣੀ ਮੂਵਮੈਂਟ ਹੈ, ਆਪਣੀ ਦੁੱਖ ਹੈ, ਆਪਣੀ ਜਿਹੜੀ ਜ਼ਖਮ ਜਿਹੜੇ ਹਾਲੇ ਨਹੀਂ ਭਰ ਹੋਏ, ਖੁੱਲ੍ਹੇ ਹੈ, ਅਧੂਰੇ ਪਏ ਆ, ਇਹਨਾਂ ਦੀ ਆਪਾਂ ਸਹਾਇਤਾ ਚਾਹੀਦੀ ਆ ਇੰਟਰਨੈਸ਼ਨਲ ਕਮਿਊਨਿਟੀ ਦੀ, ਇੰਡੀਆ ਦੀ। ਤੁਹਾਡੇ ਕੀ ਖਿਆਲ ਹੈ ਪੇ ਕਿਹੜੇ ਤਰੀਕੇ ਵਰਤ ਹੋ ਸਕਦੇ ਹੈ ਰਿਕਨਸੀਲੀਏਸ਼ਨ ਦੇ, ਆਪਣੀ ਭਾਈਚਾਰੇ ਦੀ ਹਮਾਇਤ ਦੀ, ਪੇ ਆਪਾਂ ਇਕੱਠੇ ਹੋ ਕੇ ਇੰਡੀਆ ਦੇ ਨਾਲ ਜੁੜੀਏ, ਜਾਂ ਆਪਾਂ ਜਿੱਦਾਂ ਜੇ ਤਾਂ ਆਪਾਂ ਚਾਹੁੰਦੇ ਹਾਂ ਪੇ ਵੱਖਰੇ ਹੋਣਾ ਤਾਂ ਵੱਖਰੇ ਹੋਈਏ। ਪੇ ਤੁਹਾਡੇ ਕੀ ਖਿਆਲ 'ਚ ਹੈ ਪੇ ਆਪਣੀ ਜਿਹੜੀ ਹਿਸਟਰੀ ਦਿਖਾਉਂਦੀ ਹੈ, if I use an example, ਕਿ ਜਿਹੜੀ ਸਲੇਵਰੀ ਹੈ, ਸਲੇਵਰੀ ਜਦ ਅਮਰੀਕਾ ਨੇ ਅਬੋਲਿਸ਼ ਕੀਤੀ ਹੈ, ਉਹ ਨਹੀਂ ਨਾ ਕੋਈ ਰੈਪੂਟੇਸ਼ਨ ਉਹਨਾਂ ਦੇ ਸਿਰ ਪਿਆ, ਨਾ ਕਿੱਦਾਂ ਜਿਹੜੇ ਸਲੇਵ ਫ੍ਰੀ ਕੀਤੇ ਗਏ ਸੀ, ਸਲੇਵਾਂ ਨੇ ਮੁੜ ਕੇ ਜਿੱਦਾਂ ਕਤਲੇਆਮ ਨਹੀਂ ਕੀਤਾ ਗੋਰਿਆਂ ਦਾ ਔਨ ਲਾਰਜ ਸਕੇਲ। ਇਹ ਜਿਹੜੀ ਇੰਡੀਆ ਇਹ ਚੀਜ਼ ਤੋਂ ਡਰਦੀ ਸ਼ਾਇਦ ਹੋਵੇ ਕਿ ਜੇ ਆਪਾਂ ਸਿੰਘਾਂ ਨੂੰ ਤਾਂ ਸਿੱਖਾਂ ਨੂੰ ਆਪਾਂ ਇਨਸਾਫ ਦਵਾ ਦਈਏ ਅਤੇ ਇਹ ਮੁੜ ਕੇ ਖੜ੍ਹੇ ਹੋ ਕੇ ਸਾਡੇ 'ਤੇ ਨਾ ਜਿੱਦਾਂ ਰਿਟੈਲੀਏਸ਼ਨ ਕਰੇ, ਵੀ ਸਾਡੇ 'ਤੇ ਨਾ ਗੁੱਸਾ ਕਰੇ ਜਾਂ ਕੱਢੇ। ਇਹ ਹੋ ਸਕਦਾ ਹੈ ਵੀ ਇਹ ਗਲਤ ਫਹਿਮੀ ਇੰਡੀਆ ਦੀ ਸਭ ਕੁਛ ਜਿਹੜੀ ਫੋਰਵਰਡ ਰਿਕਨਸੀਲੀਏਸ਼ਨ ਪ੍ਰੋਗਰੈਸ਼ਨ ਸਭ ਕੁਛ ਜਿੱਦਾਂ ਪੋਸਟਪੋਨ ਕੀਤਾ ਨਹੀਂ, ਪਰ ਜਿੱਦਾਂ ਇਸ ਡਿਲੇਇੰਗ ਜਸਟਿਸ ਬਾਈ ਅਸਿਊਮਿੰਗ ਦ ਰੋਂਗ ਰਿਸਪੌਂਸ। ਇਹ ਹੋ ਸਕਦਾ ਹੈ ਭਾਜੀ, ਇਹ ਤੁਹਾਡੇ ਵਿਚਾਰਾਂ ਕੀ ਹੈ ਇਹ ਗੱਲ 'ਤੇ? ਹਾਂਜੀ, ਮੈਂ ਦੋ ਐਗਜ਼ਾਮਪਲ ਲੈ ਸਕਦਾ, ਇੱਕ ਫੈਡਰਲ ਲੈਵਲ ਤੋਂ, ਇੱਕ ਸੂਬੇ ਲੈਵਲ ਤੋਂ। ਫੈਡਰਲ ਲੈਵਲ ਤੋਂ ਕੈਨੇਡੀਅਨ ਸਰਕਾਰ ਨੇ ਕਈ ਸਾਲ ਪਹਿਲਾਂ ਉਹਨਾਂ ਨੇ ਜਿਹੜੇ ਸਿੱਖ, ਮੁਸਲਿਮ ਅਤੇ ਹਿੰਦੂ ਭੈਣ ਭਰਾ ਸੀਗੇ ਜਿਹੜੇ ਜਹਾਜ਼ 'ਤੇ ਆਏ ਸੀਗੇ ਕਿ ਉਹ ਵੈਂਕੂਵਰ ਆਏ ਸੀਗੇ ਅਤੇ ਉਹਨੂੰ ਵੈਂਕੂਵਰ ਪਹੁੰਚਣਾ, ਉਹਨੂੰ ਵੈਂਕੂਵਰ ਡਾਕ ਕਰਨ ਦਾ ਮੌਕਾ ਨਹੀਂ ਦਿੱਤਾ, ਉਹਨੂੰ ਵਾਪਸ ਮੋੜਿਆ ਅਤੇ ਕਈ ਲੋਕ ਮਰੇ ਵੀ ਹੈਗੇ ਜਹਾਜ਼ ਦੇ ਉੱਤੇ ਕਿਉਂਕਿ ਕੈਨੇਡੀਅਨ ਸਰਕਾਰ ਨੇ ਉਹਨੂੰ ਬੋਰਡ ਕਰਨ ਦਾ ਮੌਕਾ ਨਹੀਂ ਦਿੱਤਾ। ਤਾਂ ਉਹ ਜਿਹੜੇ ਇੰਸੀਡੈਂਟ ਅਸੀਂ ਇਹਨੂੰ ਕਾਮਾਗਾਟੂਮਾਰੂ ਇੰਸੀਡੈਂਟ ਕਹਿੰਦੇ, ਕਿਉਂਕਿ ਕਾਮਾਗਾਟੂਮਾਰੂ ਜਹਾਜ਼ ਦਾ ਨਾਂ ਸੀਗਾ। ਤਾਂ ਕੈਨੇਡੀਅਨ ਸਰਕਾਰ ਨੇ ਉਹਦੀ ਮਾफ़ੀ ਮੰਗੀ ਹੈ ਕਿ ਸਾਤੋਂ ਗਲਤੀ ਹੋਈ ਹੈ, ਇਹ ਗਲਤ ਗੱਲ ਸੀ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਮਾफ़ੀ ਪਹਿਲਾਂ ਤਾਂ ਸਰਕਾਰ ਨੇ ਇਨਫੋਰਮਲੀ ਮਾफ़ੀ ਮੰਗੀ ਹੈ, ਅਸੀਂ ਚਾਹੁੰਦੇ ਕਿ ਇਹ ਅਸੈਂਬਲੀ ਦੇ ਵਿੱਚ ਵੀ ਹੋਵੇ ਕਿਉਂਕਿ ਇਹ ਨਿਸ਼ਾਨੀ ਹੈ ਕਿ ਜੋ ਸਮਾਜ ਹੈ, ਜੋ ਦੇਸ਼ ਹੈ, ਜੋ ਇੱਕ ਸਰਕਾਰ ਹੈ ਕਿ ਆਪਣੀ ਗਲਤੀ ਮੰਨ ਕੇ ਇਹ ਜਿਹੜੇ ਨਿਵਾਸੀਆਂ ਨੂੰ ਥੋੜ੍ਹੀ ਜਿਹੀ ਹੌਸਲਾ ਅਫਜ਼ਾਈ ਦੇ ਰਹੇ ਨੇ ਕਿ ਅਸੀਂ ਮੰਨਦੇ ਕਿ ਤੁਸੀਂ
ਇਹ ਮੁਸ਼ਕਲ ਸਮੇਂ 'ਚੋਂ ਲੰਘੇ, ਥੋੜ੍ਹੇ ਤੁਸੀਂ ਜ਼ਖਮੀ ਹੈਗੇ ਹੋ ਤਾਂ ਫਿਰ ਉਹ ਹੀਲ ਹੋ ਸਕਦੇ। ਸਾਡੇ ਸੂਬੇ ਦੇ ਵਿੱਚ ਜਿਹੜੀ ਐਬੋਰੀਜਨਲ ਲੋਕ ਸੀਗੇ, ਜਿਹੜੇ ਇੱਥੇ ਪਹਿਲਾਂ ਤੋਂ ਆਏ ਹੋਏ ਨੇ, ਉਹਨੂੰ ਸਕੂਲਾਂ 'ਚ ਭੇਜਿਆ ਅਤੇ ਸਕੂਲਾਂ 'ਚ ਬਹੁਤ ਉਹਦੇ ਨਾਲ ਬੁਰਾ ਤਰੀਕੇ ਨਾਲ ਵਰਤਿਆ। ਉਹ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਅਤੇ ਰੈਜ਼ੀਡੈਂਸ਼ੀਅਲ ਸਕੂਲਸ ਦੇ ਸਾਡੇ ਪ੍ਰੀਮੀਅਰ ਨੇ ਮਾਫੀ ਮੰਗੀ ਹੈ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਅਸੀਂ ਉਸ ਜਿਹੜੇ ਇੱਥੇ ਪਹਿਲੇ ਲੋਕ ਨਹੀਂ, ਜੋ ਅਸੀਂ ਕਹਿੰਦੇ ਨੇਟਿਵ ਜਾਂ ਐਬੋਰੀਜਨਲ, ਉਹਦੇ ਨਾਲ ਬਹੁਤ ਬੁਰੇ ਕਿਸਮ ਦਾ ਧੱਕਾਸ਼ਾਹੀ ਹੋਈ ਹੈ, ਬਹੁਤ ਬੁਰੇ ਕਿਸਮ ਦਾ ਬੇਇਨਸਾਫੀ ਹੋਈ ਹੈ ਅਤੇ ਉਸ ਦਾ ਅਸੀਂ ਤਹਿ ਦਿਲੋਂ ਮਾਫੀ ਮੰਗਦੇ ਹਾਂ ਕਿ ਅਸੀਂ ਮਾਫੀ ਇਸ ਲਈ ਮੰਗਦੇ ਹਾਂ ਤਾਂ ਕਿ ਉਸ ਲੋਕ ਨੂੰ ਇੱਦਾਂ ਹੌਸਲਾ ਅਫਜ਼ਾਈ ਮਿਲੇ ਕਿ ਤੁਸੀਂ ਜ਼ਖਮੀ ਹੈਗੇ ਹੋ, ਤਾਂ ਤੁਹਾਡੇ ਨਾਲ ਇਹ ਬਹੁਤ ਬੁਰੀ ਗੱਲ ਵਾਪਰਿਆ ਅਤੇ ਤੁਸੀਂ ਗਾਂ ਜੇ ਹੀਲ ਹੋਣਾ ਚਾਹੁੰਦੇ ਹੋ, ਪਹਿਲੀ ਗੱਲ ਆ ਕਿ ਅਸੀਂ ਮੰਨੀ ਹੈ ਕਿ ਉਹਦੇ ਨਾਲ ਸੱਚੀ ਕੋਈ ਬੁਰੀ ਗੱਲ ਹੋਈ ਹੈ। ਸੋ 2 ਐਗਜ਼ਾਮਪਲ ਮੈਂ ਦੇ ਸਕਦਾ, ਇੱਕ ਫੈਡਰਲ ਲੈਵਲ ਤੋਂ ਅਤੇ ਦੂਜਾ ਸੂਬੇ ਲੈਵਲ ਤੋਂ, ਕਿ ਜਿਹੜੇ ਵਧੀਆ ਸਰਕਾਰ ਨੇ, ਵਧੀਆ ਜਿਹੜੇ ਦੇਸ਼ ਨੇ, ਉਹ ਆਪਣੀ ਗਲਤੀਆਂ ਮੰਨਣ ਨੂੰ ਤਿਆਰ ਹੁੰਦੇ ਨੇ, ਉਹ ਮਾਫੀ ਮੰਗਣ ਨੂੰ ਤਿਆਰ ਹੁੰਦੇ ਨੇ, ਤਾਂ ਹੀ ਫਿਰ ਉਹ ਦੇਸ਼ ਦਾ ਤਰੱਕੀ ਹੋ ਸਕਦੀ ਹੈ, ਤਾਂ ਹੀ ਫਿਰ ਉਹ ਲੋਕ ਹੀਲ ਹੋ ਕੇ ਗਾਂ ਵੱਧ ਸਕਦੇ ਨੇ। ਭਾਜੀ ਬਾਕੀ ਇਹੀ ਗੱਲ ਰਹਿ ਗਈ ਕਹਿਣ ਵਾਲੀ ਵੀ ਸਾਡਾ ਅਸੀਂ ਸੰਗਤ ਵੱਲੋਂ, ਸੰਗਤ ਟੈਲੀਵਿਜ਼ਨ ਵੱਲੋਂ, ਮੈਂ ਆਪਣੇ ਵੱਲੋਂ ਤੁਹਾਡੀ ਧੰਨਵਾਦ ਕਰਨ ਨੂੰ, ਤੁਸੀਂ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਅੱਜ ਸੰਗਤ ਦੇ ਨਾਲ, ਉਹਨਾਂ ਨੂੰ ਦਿਖਾਲਿਆ, ਜਾਣਕਾਰੀ ਦਿੱਤੀ ਹੈ ਵੀ ਕਿਹੜੇ ਵਿਤਕਰੇ ਹੋ ਰਹੇ ਹੈ, ਤਾਂ ਜਿਨ੍ਹਾਂ ਨੂੰ ਇਕੱਲਿਆਂ ਨੂੰ ਇਹ ਵਿਤਕਰੇ ਹੋਣ ਤਾਂ ਉਹਨਾਂ ਨੂੰ ਨਾ ਸਮਝ ਲੱਗੇ ਵੀ ਇਹ ਸਾਰੀ ਸਮੁੱਚੀ ਕੌਮ ਦੇ ਨਾਲ ਇਹ ਗੱਲਾਂ ਹੋ ਰਹੀਆਂ ਹੈ, ਤਾਂ ਇੱਦਾਂ ਨਾ ਸੋਚੇ ਭੁਲੇਖੇ ਵਿੱਚ ਵੀ ਉਹਨਾਂ ਦੀ ਇਕੱਲੇ ਦੀ ਪ੍ਰੋਬਲਮ ਹੈ ਵੀ ਵੀਜ਼ਾ ਨਹੀਂ ਮਿਲਿਆ, ਠੀਕ ਆ ਕੋਈ ਗੱਲ ਨਹੀਂ, ਸਾਡੀ ਗੱਲ ਹੋਊਗੀ ਕੋਈ, ਵੀ ਇਹ ਸਾਰਿਆਂ ਦੀ ਪ੍ਰੋਬਲਮ ਹੈ। ਹੱਲ ਆਪਾਂ ਇਕੱਠੇ ਇਕਮੁੱਠ ਹੋ ਕੇ, ਜੁਦਾ ਹੋ ਕੇ ਨਹੀਂ ਇਹ ਹੱਲ ਮਿਲਣਾ ਆਪਾਂ ਨੂੰ, ਤਾਂ ਆਪਾਂ ਇਕਮੁੱਠ ਹੋ ਕੇ ਇਹਦਾ ਹੱਲ ਲੱਭੀਏ ਕੋਈ। ਤਾਂ ਇਹਦੇ ਕਰਕੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਭਾਜੀ। ਤਾਂ ਬਾਕੀ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਿਸਟਮ ਚਲਾਇਆ ਹੈ ਕੈਨੇਡਾ ਵਿੱਚ ਸਿੱਖੀ ਪ੍ਰਚਾਰ ਦਾ, ਤਾਂ ਬਾਹਰਲੇ ਆਬਾਦੀ ਆਪਣੇ ਜਿਹੜੇ ਕੌਮੀ ਲੋਕ ਹੈ, ਕੈਨੇਡੀਅਨਸ ਇਨ ਪਰਟੀਕੁਲਰ, that you're showing them the true face of Sikhi and not the maligned face and the propaganda version that is fed to them in Canada, which we know. Paji, so from myself, from everyone at Sangat, thank you very much. ਧੰਨਵਾਦ ਤੁਹਾਡਾ ਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ, ਮੈਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ। ਵੀਰ ਜੀ, ਸੰਗਤ TV ਨੇ ਮੈਨੂੰ ਮੌਕਾ ਦਿੱਤਾ ਕਿ ਆਪਣੀ ਮੈਂ ਗੱਲਾਂ ਵਿਚਾਰ ਸਾਂਝੀ ਕਰ ਸਕਿਆ, ਅਤੇ ਮੈਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦੀ ਹਾਂ ਕਿ ਤੁਸੀਂ ਆਪਣੀ ਟਾਈਮ ਕੱਢ ਕੇ ਸਾਡੀ ਇੰਟਰਵਿਊ ਸੁਣਿਓ। ਤਾਂ ਮੈਨੂੰ ਵੈਸੇ ਬਹੁਤ ਵਧੀਆ ਲੱਗਦਾ ਵੀਰੇ ਕਿ ਮੈਂ ਜਦੋਂ ਵੀ UK ਆਉਂਦਾ ਹਾਂ, ਮੇਰੀ ਇੱਥੇ ਛੋਟੀ ਭੈਣ ਰਹਿੰਦੀ ਆ, ਤਾਂ ਮੈਂ ਬ੍ਰਾਈਟਨ ਉਹਨੂੰ ਆ ਕੇ ਮਿਲਦਾ ਹਾਂ, ਅਤੇ UK ਦੇ ਨਿਵਾਸੀਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ, ਮੈਨੂੰ ਫੇਸਬੁੱਕ 'ਤੇ, ਮੈਨੂੰ ਟਵਿੱਟਰ 'ਤੇ ਬਹੁਤ ਸਪੋਰਟ ਦਿੰਦੇ ਨੇ, ਅਤੇ ਬਹੁਤ ਮੇਰੇ ਲਈ ਹੌਸਲਾ ਅਫਜ਼ਾਈ ਦੀ ਗੱਲ ਹੈ ਜਦੋਂ ਵੀ ਮੈਨੂੰ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਸਪੋਰਟ ਮਿਲਦੀ ਹੈ। ਸੋ ਬਹੁਤ ਬਹੁਤ ਮਿਹਰਬਾਨੀ, ਅਤੇ ਇਵੇਂ ਤੁਸੀਂ ਮੇਰੇ ਨਾਲ ਇਨ ਟੱਚ ਰਹੋ YouTube 'ਤੇ, ਫੇਸਬੁੱਕ 'ਤੇ, ਟਵਿੱਟਰ 'ਤੇ, ਜਿਵੇਂ ਵੀ, ਤਾਂ ਮੈਂ ਤੁਹਾਡੇ ਨਾਲ ਵੀ ਇਨ ਟੱਚ ਰੱਖੂੰਗਾ। ਅਤੇ ਜਦੋਂ ਵੀ ਮੈਨੂੰ UK ਆਉਣ ਦਾ ਮੌਕਾ ਮਿਲਦਾ, ਮੈਂ ਤੁਹਾਡੇ ਨਾਲ ਸੰਗਤ TV 'ਤੇ ਅਤੇ ਤੁਹਾਡੇ ਰੂਬਰੂ ਹੋਣ ਦਾ ਮੈਂ ਮੌਕਾ ਜ਼ਰੂਰ ਲਊਂਗਾ। ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਾਕੀ thank you for watching Encounters this week. We apologise for anything that may have been missaid. We try not to offend people, but these are sensitive issues. They do affect the entire Sikh community. If there is anybody sitting at home who's been denied a visa, has not been given a reason for the denial of visa, and have assumed that it's a personal and particular thing that is particular to their circumstances, it may not be. These things need to be made public. They need to be a class action type of situation where we all understand that this is not isolated incidents, this is a systematic abuse of the visa system being weaponized against the community as collective punishment. Thank you for watching. I appreciate it. The Sangat team appreciates it. Vaheguru Ji Ka Khalsa, Vaheguru Ji Ki Fateh.